नमस्कार, मैं मनदीप गगन बठिंडा खबरनामा विच तुहाडा स्वागत है। बुलेटिन दे विस्तार दी शुरुआत करन तो पहले एक नज़र अज दीआं सुर्खियां ते। मुक्तसर नेड़ले पिंड थांदेवाला च सरहंद नहर च पिया करीब 100 फुट चौड़ा पाड़, नाल लगदी राजस्थान फीडर च पानी पैण नाल होया बचाव। पिंड वालियां ने नहर दी मुरम्मत दौरान घटिया मटीरियल वरतन दे लगाए इल्जाम। श्रोमणी अकाली दल वालों आप सरकार खिलाफ जिला पद्धरी प्रदर्शन करके डिप्टी कमिश्नरां नूं सौंपे मंग पत्र। कहा लोकां ने जिन्ना उम्मीदां नाल दित्ता सी फतवा नहीं हो रहीआं पूरीआं। पटवारियां दी हड़ताल दे हक च तहसीलदार भी गए समूहिक छुट्टी ते। कंमाकारां लई आउण वाले लोक हो रहे हन खज्जल खुआर। बठिंडा दी धोबीआणा बस्ती दा सरकारी स्कूल सिक्ख्या विभाग दे दाविआं दी खोल रिहा पोल। बच्चे जमीन ते बैठ के कर रहे हन पढ़ाई। स्कूल विच सिर्फ 2 अध्यापक। सिक्ख्या विभाग दे अधिकारी कुछ भी बोलण तो वट रहे हन टाला। ਅਤੇ बठिंडा च समाज सेवी संस्था सहारा जन सेवा ने मनुखता दी भलाई लई शुरू कीता एक होर उपराला। बेसहारा मरीजां लई खोलिया आश्रम। ते हुण खबरां विस्तार नाल। बीती रात मुक्तसर नेड़ले पिंड थांदेवाला च सरहंद फीडर नहर च पाड़ पै जाण कारण पिंड विच सहम वाला माहौल बन गया। पर गनीमत रही कि यह पानी नाल लगदी होई राजस्थान फीडर विच चला गया, जो कि मुरम्मत दे चलदिआं इस वेले खाली पई है। ਵੇਖਦੇ ਹਾਂ पूरी खबर। बीती रात मुक्तसर नेड़ले पिंड थांदेवाला विच माहौल उस वेले सहम वाला बन गया जदों सरहंद फीडर नहर विच करीब 100 फुट चौड़ा पाड़ पै गया। पर गनीमत रही कि नहर दा यह पानी नाल लगदी राजस्थान फीडर नहर च पै गया, जो कि रिपेयर दा काम चलदा होण दे कारण इस वेले खाली पई है। दस दईए कि कुछ दिन पहलां भी सरहंद फीडर नहर च 150 करीब फुट चौड़ा पाड़ पै गया सी, जिस नाल हुण लोकां नूं डर सता रिहा कि किते नहर च पिंड वाले पासे पाड़ ना पै जावे। इत्थे पिंड वासियां ने रोस जाहिर करदिआं कहा कि सरहंद फीडर नहर दी मुरम्मत थोड़ा समा पहले ही हुई है, पर इस विच हुण तक 2 बार पाड़ पै चुके हैं। पिंड वालियां ने ठेकेदार उपर नहर दी मुरम्मत दौरान घटिया मटीरियल वरतन दे इल्जाम भी लगाए। प्रशासन भी 100% ਇਹਦੇ ਵਿੱਚ ਜ਼ਿੰਮੇਵਾਰ ਹੈ ਔਰ ਪ੍ਰਸ਼ਾਸਨ ਦੇ ਅੰਡਰ ਜਿਹੜਾ ਇਹ ਵਰਕ ਹੋ ਰਿਹਾ, ਜਿਹਦੇ ਵਿੱਚ ਠੇਕੇਦਾਰ ਸਿਸਟਮ ਦੇ ਅੰਦਰ ਆ ਨਹਿਰ ਬਣਦੀ ਪਈ ਹੈ। ਪਹਿਲੀ ਗੱਲ ਤਾਂ ਦੇਖੋ, ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਅੰਗਰੇਜ਼ਾਂ ਦੇ ਟਾਈਮ ਦੀਆਂ ਨਹਿਰਾਂ ਬਣੀਆਂ ਹੋਈਆਂ। ਮੇਰੀ ਉਮਰ 38 ਸਾਲ ਹੈ ਜੀ, ਮੈਂ ਜੰਪਲ ਥਾਂਦੇਵਾਲੇ ਦਾ ਹਾਂ। ਅੱਜ ਤੱਕ 38 ਸਾਲਾਂ ਦੇ ਵਿੱਚ ਮੈਂ ਆਪਣੀ ਉਮਰ ਦੇ ਵਿੱਚ ਕਦੇ ਨਹਿਰ ਟੁੱਟਣ ਦਾ ਜਿਹੜਾ ਸੀਗਾ ਅੱਜ ਤੱਕ ਮੈਨੂੰ ਸੁਨੇਹਾ ਨਹੀਂ ਮਿਲਿਆਗਾ, ਨਾ ਹੀ ਅਸੀਂ ਵੇਖੀ ਹੈ। ਔਰ ਇਹਨਾਂ ਨੇ ਕੀ ਹੈ ਦੇਖੋ, ਬੜੀਆਂ ਚਾਲਾਂ ਦੇ ਤਹਿਤ ਜੇ ਮੈਂ ਗੱਲ ਕਰਾਂ ਵੀ ਪੰਜਾਬ ਨੂੰ ਜਿਹੜਾ ਹੈਗਾ, ਪੰਜਾਬ ਦੀ ਚੰਗੀ ਜ਼ਮੀਨ ਮਿੱਟੀ ਨੂੰ, ਜਰਖੇਜ਼ ਮਿੱਟੀ ਨੂੰ ਬੰਜਰ ਬਣਾਉਣ ਦੀ ਖਾਤਰ ਇਹ ਸੈਂਟਰ ਵੱਲੋਂ ਜਿਹੜੀਆਂ ਚੀਜ਼ਾਂ ਕੀਤੀਆਂ ਗਈਆਂ ਵੀ ਨਹਿਰ ਨੂੰ ਪੱਕਾ ਕੀਤਾ ਜਾਣਾ ਹੈ। ਇਹਦੇ ਅੰਦਰ ਜਿਹੜਾ ਸਿਸਟਮ ਕੀਤਾ ਗਿਆ ਜੀ, ਪੰਨਾ ਪਾਤਾ, ਆਹ ਕਰਤਾ ਉਹ ਕਰਤਾ। ਪੰਜਾਬੀ 'ਚ ਮੈਂ ਸੌਖੇ ਸ਼ਬਦਾਂ 'ਚ ਗੱਲ ਕਰਾਂ ਜੀ, ਇਹਦੇ ਤੇ ਬਹੁਤ ਹੀ ਜ਼ਿਆਦਾ ਘਟੀਆ ਤਰੀਕੇ ਦਾ ਜਿਹੜਾ ਵਰਕ ਹੋਇਆ। ਔਰ ਅੱਜ ਜਿਹੜੀ ਗੱਲ ਕਰਦਾ ਮੈਂ, ਜਿਹੜੇ ਇਹਦੇ ਟੁੱਟਣ ਦਾ ਕਾਰਨ ਹੈ, ਜਦੋਂ ਟੁੱਟ ਗਈ ਨਹਿਰ, ਠੀਕ ਹੈ ਜੀ, ਸਾਡੇ ਨਗਰ ਨੇ ਉਸ ਟਾਈਮ ਵੀ ਵਿੱਚ ਆ ਕੇ ਜਿਹੜਾ ਅੱਜ ਪੂਰਾ ਉਪਰਾਲਾ ਕੀਤਾ ਤੇ ਅੱਜ ਵੀ ਸਾਡਾ ਨਗਰ ਖੜਾ ਹੈ। ਔਰ ਇਸ ਟਾਈਮ ਤੁਸੀਂ ਦੇਖੋ ਪੂਰਾ ਪਿੰਡ ਆ ਜਿਹੜਾ ਰਿਸਕ ਦੇ ਵਿੱਚ ਬੈਠਾ ਹੈ, ਬਾਲ ਬੱਚੇ ਸਭ ਕੁਝ, ਮਾਲ ਡੰਗਰ ਸਾਡਾ ਰਿਸਕ ਦੇ ਵਿੱਚ ਹੈ ਜੀ। ਔਰ ਤੁਸੀਂ ਨਿਗਾਹ ਤੁਸੀਂ ਮਾਰ ਚੁੱਕੇ, ਵੇਚ ਚੁੱਕੇ ਆ, ਪੂਰਾ 5-10 ਮਿੰਟ ਦਾ ਜਿਹੜਾ ਸਮਾਂ ਰਹੇਗਾ ਜਿਹੜਾ ਪਿੰਡ ਵਾਲੇ ਨਹਿਰ ਟੁੱਟ ਜਾਣੀ ਹੈ। ਪਰ ਇਸ ਟਾਈਮ ਮੌਜੂਦਾ ਟਾਈਮ ਦੇ ਵਿੱਚ ਕੋਈ ਪ੍ਰਸ਼ਾਸਨ, ਕੋਈ ਅਧਿਕਾਰੀ ਕੁਝ ਵੀ ਸਾਡੇ ਕੋਲ ਨਹੀਂ ਪਹੁੰਚੇਗਾ। ਔਰ ਅਸੀਂ ਜਿਹੜਾ ਖੁੱਲੇ ਤੌਰ ਤੇ ਕਹਿਣਾ ਚਾਹੁੰਦੇ ਆ, ਇਸ ਚੀਜ਼ ਦੀ ਵਧੀਕੀ ਦੇ ਤੌਰ ਦੇ ਉੱਪਰ ਅਸੀਂ ਕੱਲ ਨੂੰ ਕੀ ਹੈ, ਸਾਰੀ ਉਮਰ ਆਸਤੇ ਇਹਨਾਂ ਬੰਦਿਆਂ ਦਾ ਬਾਈਕਾਟ ਕਰਨਾ। ਔਰ ਕੱਲ ਨੂੰ ਅਸੀਂ ਠੋਕ ਕੇ ਜਿਹੜੇ ਬੰਦੇ ਦੇ ਵਿੱਚ ਇਨਵੋਲਵਮੈਂਟ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਨੀ ਹੈ। ਪ੍ਰਸ਼ਾਸਨ ਤੋਂ ਸਾਨੂੰ ਕੋਈ ਉਮੀਦ ਨਹੀਂ ਗੀ, ਅਸੀਂ ਆਪਦੇ ਨਿੱਜੀ ਤੌਰ ਤੇ ਕਰਾਂਗੇ, ਕਿਉਂਕਿ ਜਿਹੜੀ ਚਾਲ ਹੈ ਇਹ ਨਹਿਰ ਟੁੱਟੀ ਨਹੀਂ, ਤੋੜੀ ਜਾਂਦੀ ਹੈ। ਇਹ ਨਹਿਰ ਆਏ ਵਾਰ ਤੋੜੀ ਜਾਂਦੀ ਹੈ। ਤੇ ਮੈਂ ਬੇਨਤੀ ਕਰਦਾ ਆਉਣ ਵਾਲੀ ਸਰਕਾਰ ਨੂੰ, ਪਹਿਲਾਂ ਵੀ ਟੁੱਟਣ ਵਾਲੀ ਸਰਕਾਰ ਬਾਰੇ ਪਹਿਲਾਂ ਵੀ ਇਹ ਟੁੱਟ ਚੁੱਕੀ ਹੈ। ਆਪਣਾ ਇੱਥੇ ਨਾਲ ਹੀ ਜਿਹੜੇ ਪਿੰਡ ਕੋਟਲੀ ਸੰਗਰ ਹੈ ਨਾ, ਉੱਥੋਂ ਟੁੱਟੀ ਆ ਨਾਲ ਆਂਧੜੇ ਪਿੰਡ ਦੇ ਵਿੱਚ ਤੇ ਨਾਲ ਦੀ। ਤੇ ਹੁਣ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਸਰਕਾਰ ਨੂੰ ਵੀ ਆਉਣ ਵਾਲੀ ਸਰਕਾਰ ਦਾ ਆਪਾਂ ਨੂੰ ਕੀ ਫਾਇਦਾ ਵੀ ਸਾਰਿਆਂ ਨੇ ਰਲ ਮਿਲ ਕੇ ਸਰਕਾਰ ਬਣਾਈ ਸੀ ਝਾੜੂ ਦੀ। ਮੈਂ ਕੋਈ ਲਾ ਕੇ ਟੀਕਾ ਟਿੱਪਣੀ ਨਹੀਂ ਕਰਦਾ, ਪਰ ਦੋਨਾਂ ਸਰਕਾਰਾਂ ਤੋਂ ਅੱਕ ਕੇ ਤੀਜੀ ਸਰਕਾਰ ਚੁਣੀ ਸੀ। ਆ ਸਰਕਾਰ ਦੇ ਹਾਲ ਵੇਖ ਲਓ ਕੀ ਆ, ਨਹਿਰਾਂ ਟੁੱਟੀਆਂ ਪਈਆਂ ਦੋਨੇ।
ਛੋਟੀ ਨਹਿਰ ਚੋਂ ਟੁੱਟ ਕੇ ਪਾਣੀ ਵੱਡੀ ਨਹਿਰ 'ਚ ਵੜੀ ਜਾਂਦਾ ਤੇ ਬੁਰਾ ਹਾਲ ਹੋਇਆ ਪਿਆ। ਠਾਂਦੇਵਾਲ ਦੇ ਵਸਨੀਕ ਵਿਚਾਰੇ ਬੁਰੇ ਹਾਲ ਮਰੀ ਜਾਂਦੇ। ਕਿਸੇ ਨੇ ਮੌਕਾ ਚੈੱਕ ਨਹੀਂ ਕੀਤਾ, ਕਿਸੇ ਨੇ ਮੌਕਾ ਚੈੱਕ ਨਹੀਂ ਕੀਤਾ। ਕੋਈ ਸਰਪੰਚ ਕੋਈ ਮੈਂਬਰ ਆ ਕੇ ਨਹੀਂ ਇੱਥੇ ਖੜਾ, ਕੋਈ ਮੁਲਾਜ਼ਮ ਆ ਕੇ ਨਹੀਂ ਖੜਾ, ਕੋਈ ਮੁਲਾਜ਼ਮ ਨੇ ਕਿਸੇ ਨੇ ਕੋਈ ਆ ਕੇ ਇੱਥੇ ਵੀ ਨਹੀਂ ਸੁਣੀ ਕਿਸੇ ਦੀ। ਹੁਣ ਵੀ 2 ਟੈਂਪਰੇਰੀ ਮੁਲਾਜ਼ਮ ਹੈਗੇ ਨੇ ਇੱਥੇ, ਸਿਰਫ ਟੈਂਪਰੇਰੀ ਜਸਟ ਫਾਰਮੈਲਿਟੀ, ਜਸਟ ਫਾਰਮੈਲਿਟੀ ਵਾਸਤੇ। ਸਾਰੇ ਪਿੰਡਾਂ ਨੂੰ ਹੀ ਆ ਉਹਨਾਂ ਨੇ ਵੀ ਉਹ ਵੀ ਸੁੱਤੇ ਪਏ ਸੀ, ਆਪਦੇ ਘਰ ਵਾਲੀਆਂ ਪੱਗਾਂ 'ਚ ਹੀ ਆਏ ਹੋ, ਜਿਹੜੇ ਘਰ 'ਚ ਪੱਗਾਂ ਬੰਨੀਆਂ ਸੀ ਉਹਨਾਂ ਦੇ ਉਹੀ ਪੱਗਾਂ 'ਚ ਘਰੇ ਇੱਥੇ ਆ। ਡਿਊਟੀ ਵਾਲੀ ਪੱਗ ਵੀ ਹੈ ਨਹੀਂ ਉਹਨਾਂ ਦੇ। ਸ਼੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਟੁੱਡੀ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਅੱਜ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ। ਇਸੇ ਨਾਲ ਜੁੜੀ ਵੇਖਦੇ ਹਾਂ ਇੱਕ ਰਿਪੋਰਟ। ਸੂਬੇ 'ਚ ਨਵੀਂ ਬਣੀ ਆਪ ਸਰਕਾਰ ਆਪਣੇ ਫੈਸਲਿਆਂ ਨੂੰ ਲੈ ਕੇ 1 ਮਹੀਨੇ ਵਿੱਚ ਹੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਆ ਗਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ 'ਚ ਵਿਗੜਦੀ ਕਾਨੂੰਨ ਵਿਵਸਥਾ, ਨਸ਼ੇ ਦੇ ਵੱਧ ਰਹੇ ਪ੍ਰਕੋਪ, ਬਿਜਲੀ ਦੀ ਸਮੱਸਿਆ ਤੇ ਕਿਸਾਨੀ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ। ਰੋਸ ਪ੍ਰਦਰਸ਼ਨਾਂ ਦੀ ਇਸ ਲੜੀ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ 'ਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰ ਬਠਿੰਡਾ ਅੱਗੇ ਰੋਸ ਮੁਜ਼ਾਹਰਾ ਕੀਤਾ ਤੇ ਆਪ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ, ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ 'ਚ ਲੋਕਾਂ ਨੇ ਜਿਸ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਸੀ, ਲੋਕਾਂ ਦੀਆਂ ਉਹ ਉਮੀਦਾਂ ਹੁਣ ਟੁੱਟਣ ਲੱਗੀਆਂ ਹਨ, ਕਿਉਂਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਫੈਸਲੇ ਲੋਕਾਂ ਦੇ ਹੱਕ 'ਚ ਨਹੀਂ ਹਨ, ਜਿਸ ਲਈ ਅਕਾਲੀ ਦਲ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਅਸਲ ਸਰਕਾਰ ਨੂੰ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ। ਬੜੇ ਚਾਵਾਂ ਨਾਲ ਜੇ ਸ਼ੌਂਕ ਨਾਲ ਕਹਿ ਲਓ ਲੋਕਾਂ ਨੇ ਨਵੀਂ ਸਰਕਾਰ ਬਣਾਈ ਹੈ, ਬਹੁਤ ਵੱਡੀ ਮੈਜੋਰਟੀ ਦਿੱਤੀ ਹੈ। ਅਕਾਲੀ ਦਲ ਨੂੰ 97 'ਚ ਇੰਨੀ ਮੈਜੋਰਟੀ ਮਿਲੀ ਸੀ, ਉਸ ਤੋਂ ਬਾਅਦ ਇਹ ਸਰਕਾਰ ਨੂੰ ਇੰਨੀ ਮੈਜੋਰਟੀ ਮਿਲੀ ਹੈ। ਉਹਦੇ ਬਾਵਜੂਦ ਅਸੀਂ ਚਾਹੁੰਦੇ ਸੀ ਕਿ ਸਰਕਾਰ ਚੰਗੇ ਕੰਮ ਕਰੇ, ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਉਹ ਪੂਰੇ ਕਰੇ। ਅਸੀਂ ਇਹ ਗੱਲ ਸਾਡੇ ਮਨ 'ਚ ਸੀ ਵੀ ਘੱਟੋ ਘੱਟ ਅਸੀਂ ਸਾਲ 6 ਮਹੀਨੇ ਕੋਈ ਸਰਕਾਰ ਦੇ ਖਿਲਾਫ ਗੱਲ ਨਹੀਂ ਕਰਨੀ, ਕਿਉਂਕਿ ਇਹਨਾਂ ਨੂੰ ਫਤਵਾ ਦਿੱਤਾ ਲੋਕਾਂ ਨੇ, ਇਹ ਲੋਕਾਂ ਨਾਲ ਵਾਅਦੇ ਪੂਰੇ ਕਰੇ ਤੇ ਅਸੀਂ ਬਲਕਿ ਜੇ ਚੰਗੇ ਕੰਮ ਕਰੂਗੇ ਅਸੀਂ ਚੰਗੇ ਹੀ ਕਵਾਂਗੇ। ਕੋਈ ਇਹ ਨਹੀਂ ਕਿ ਸਾਡਾ ਅਸੀਂ ਵਿਰੋਧ 'ਚ ਵਿਰੋਧ ਕਰਨਾ ਹੈ। ਜਿਹੜੇ ਕੰਮ ਲੋਕਾਂ ਨਾਲ ਜੇ ਵਾਅਦੇ ਪੂਰੇ ਕਰਨ ਇਹ ਤੇ ਅਸੀਂ ਕਵਾਂਗੇ ਚੰਗੀ ਗੱਲ ਹੈ। ਪਰ ਸਰਕਾਰ ਨੇ ਵਾਅਦੇ ਪੂਰੇ ਕਰਨ ਦੀ ਬਜਾਏ ਜਿਹੜੇ ਆ ਸਾਰੇ ਪੌਣੇ 2 ਮਹੀਨੇ ਹੋਏ ਆ ਸਰਕਾਰ ਨੂੰ ਹਲੇ ਇੰਨੇ ਲੋਕਾਂ ਵਿਰੋਧੀ ਫੈਸਲੇ ਕਰਤੇ ਜਾਂ ਆਪਾਂ ਵਿਰੋਧੀ ਫੈਸਲੇ ਕਰ ਲਏ। ਹਰ ਗੱਲ ਦੇ ਵਿੱਚ ਹੁਣ ਸਰਕਾਰ ਭੱਜਦੀ ਤੁਰੀ ਆਉਂਦੀ ਹੈ। ਲਾਅ ਐਂਡ ਆਰਡਰ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋ ਗਈ ਹੈ। ਰੋਜ਼ ਤੁਸੀਂ ਵੇਖ ਲਓ ਲੁੱਟਾਂ ਖੋਹਾਂ ਕਤਲੋ ਗਾਰਤ ਇੰਨਾ ਜ਼ਿਆਦਾ ਵੱਧ ਗਿਆ, ਜਿਹੜਾ ਮੈਨੂੰ ਪਤਾ ਪਿਛਲੇ 20-30 ਸਾਲਾਂ ਦੇ ਵਿੱਚ ਨਹੀਂ ਸੀਗਾ ਕਦੇ, ਜੇ ਤੁਸੀਂ ਐਵਰੇਜ ਕੱਢੋ। ਫਿਰ ਨਾਲ ਦੀ ਨਾਲ ਖੁਦਕੁਸ਼ੀਆਂ ਜਾਂ ਚਿੱਟੇ ਦੇ ਨਸ਼ੇ ਦੇ ਨਾਲ ਕਿੰਨੇ ਬੱਚੇ ਰੋਜ਼ ਮਰ ਰਹੇ ਆ, ਜਿਹੜਿਆਂ ਦੇ ਅਸੀਂ ਹਫ਼ਤੇ 'ਚ ਨਸ਼ਾ ਸਾਨੂੰ ਕਿਹੜਾ ਮੌਕਾ ਦਿਓ। ਅਸੀਂ ਹਫ਼ਤੇ 'ਚ ਤੇ ਵੀਡੀਓ ਬਣ ਆ ਰਹੀਆਂ ਨਸ਼ੇ ਵਾਲਿਆਂ ਦੀਆਂ ਵੀ ਅਸੀਂ ਆ ਵੇਚਦੇ ਆ ਜਾਓ ਪੜ੍ਹ ਕੇ ਵਿਖਾਓ ਸਾਨੂੰ। ਸੋ ਉੱਥੇ ਵੀ ਸਰਕਾਰ ਉਸ ਖੇਤਰ ਦੇ ਵਿੱਚ ਵੀ ਬੁਰੀ ਤਰ੍ਹਾਂ ਫੇਲ ਹੋ ਗਈ ਹੈ। ਦੂਜਾ ਲੋਕਾਂ ਨੂੰ ਬਿਜਲੀ ਦੀ ਰਾਇਤ ਦੇਣ ਦਾ ਕਿਹਾ ਸੀ ਵੀ ਅਸੀਂ ਬਿਜਲੀ ਦੇਵਾਂਗੇ 300 ਯੂਨਿਟ, 300 ਤਾਂ ਨਹੀਂ ਸੀ 100 ਹੀ ਸੀ, 200 ਤਾਂ ਸਾਡੇ ਵਾਲੀ ਹੀ ਸੀ, 303 ਦੀ ਹੈ ਹੀ ਨਹੀਂ ਸੀ। ਪਰ ਉਹ ਹੁਣ ਉਹਦੇ ਤੋਂ ਹੀ ਮੁੱਕਰ ਗਏ, ਭੱਜ ਗਏ। ਪਹਿਲਾਂ ਜਨਰਲ ਵਰਗ ਤੋਂ ਭੱਜ ਗਏ, ਫਿਰ ਐਸੀ ਵਰਗ ਤੋਂ ਭੱਜ ਗਏ। ਹੁਣ ਕਹਿੰਦੇ ਜੀ 1 ਕਿਲੋਵਾਟ ਨੂੰ ਦੇਵਾਂਗੇ। 1 ਕਿਲੋਵਾਟ ਤਾਂ ਹੁੰਦੀ ਹੀ ਨਹੀਂ ਕਿਸੇ ਦੇ, ਤੁਸੀਂ ਕਿਸੇ ਦੇ ਘਰੇ ਚਲੇ ਜਾਓ 1 ਕਿਲੋਵਾਟ ਤਾਂ ਹੋਣੀ ਨਹੀਂ। ਇਹ ਤਾਂ ਮਤਲਬ ਭੱਜ ਗਏ, ਉਸ ਤੋਂ ਵੀ ਭੱਜ ਗਏ। ਬਿਜਲੀ ਦੀ ਹਾਲਾਤ ਵੈਸੇ ਹੀ ਇੰਨੀ ਮਾੜੀ ਹੋ ਗਈ ਹੈ ਕਿ 8-8 ਘੰਟੇ 6-6 ਘੰਟੇ ਪਿੰਡਾਂ 'ਚ ਕੱਟ ਲੱਗਣ ਲੱਗ ਗਏ, ਸ਼ਹਿਰਾਂ 'ਚ ਕੱਟ ਲੱਗਣ ਲੱਗ ਗਏ। ਟਿਊਬਵੈੱਲਾਂ ਦੀ ਬਿਜਲੀ 4-4 ਘੰਟੇ ਆਉਂਦੀ ਹੈ, ਉਹ ਨਹੀਂ ਆਉਂਦੀ। ਸੋ ਆਉਣ ਵਾਲਾ ਸਮਾਂ ਬਿਜਲੀ ਦੇ ਵਾਸਤੇ ਹੋਰ ਬਹੁਤ ਭਿਅੰਕਰ ਹੈ, ਕਿਉਂਕਿ ਪਿਛਲੇ 5 ਸਾਲ ਕਾਂਗਰਸ ਨੇ ਵੀ 1 ਯੂਨਿਟ ਬਿਜਲੀ ਬਣਾਈ ਨਹੀਂ ਪੰਜਾਬ 'ਚ, ਜਿਹਦਾ ਹੁਣ ਆਪਾਂ ਨੂੰ ਖਮਿਆਜਾ ਭੁਗਤਣਾ ਪਏਗਾ। ਇਹਨਾਂ ਨੇ ਤਾਂ ਹਲੇ ਨਵੇਂ ਆਪ ਇਹਦੇ ਬਾਰੇ ਨਹੀਂ, ਇਹਨਾਂ ਨੇ ਵੀ ਕੋਈ ਸਿਸਟਮ ਜਿਹੜਾ ਬਾਹਰਲੇ ਸੂਬਿਆਂ ਨਾਲ ਲੈਣ ਦੇਣ ਦਾ ਕਰਨਾ ਸੀ ਉਹ ਕੀਤਾ ਨਹੀਂ ਗਿਆ। ਬਰਨਾਲਾ ਵਿੱਚ ਵੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ 'ਚ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੈਮੋਰੈਂਡਮ ਦੇ ਕੇ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕ ਦੇ ਘਟੇ ਝਾੜ ਦਾ 500 ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ 3 ਜ਼ੋਨਾਂ 'ਚ ਝੋਨਾ ਲਗਾਉਣ ਦੇ ਨਿਰਦੇਸ਼ਾਂ ਤੇ ਰੋਕ ਲਗਾਈ ਜਾਵੇ, ਜਿਸ ਤੋਂ ਇਲਾਵਾ ਕਿਸਾਨਾਂ ਨੂੰ ਬਿਜਲੀ ਸਪਲਾਈ ਵੀ ਪੂਰੀ ਦਿੱਤੀ ਜਾਏ। ਇੱਕ ਤਾਂ ਜਿਹੜੀ ਬਿਜਲੀ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦੀ ਬਜਾਈ ਸ਼ੁਰੂ ਹੋ ਜਾਣੀ ਆ 10-15 ਦਿਨ ਤੋਂ, ਉਹਨੂੰ ਲੈ ਕੇ ਜਿਹੜੀ ਬਿਜਲੀ ਦੀ ਦਿੱਕਤ ਆ ਬਹੁਤ ਵੱਡੀ ਆ ਰਹੀ ਆ। ਹੋਰ ਵੀ ਜਿਹੜੀਆਂ 2 ਮਹੀਨੇ ਹੋ ਗਏ ਸਰਕਾਰ ਬਣੀ ਨੂੰ, ਜਿਹੜੀ ਅਮਨ ਸ਼ਾਂਤੀ ਦੀ ਗੱਲ ਕਰੀਏ ਤਾਂ ਗੈਂਗਸਟਰਾਂ ਦਾ ਇੱਥੋਂ ਤੱਕ ਹੱਦ ਵੱਧ ਚੁੱਕੀ ਆ ਵੀ ਰੋਜ਼ 2-3 ਕਤਲ, ਜਿਹੜੇ ਨਸ਼ਾ ਰੇਤਾ ਜੋ ਦੇਖੀਏ
ਕਿਸੇ ਜਿਹੜੀ ਕੋਈ ਗੱਲ ਸਥਿਤੀ ਜਿਹੜੀ ਪੰਜਾਬ ਸਰਕਾਰ ਦੇ ਹੱਥ ਇਸ ਟਾਈਮ ਹੈ ਨਹੀਂਗੀ, ਉਹਨੂੰ ਲੈ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਪੱਤਰ ਉਧਰ ਸਰਹੱਦੀ ਖੇਤਰ ਫਿਰੋਜ਼ਪੁਰ ਵਿੱਚ ਸੀਨੀਅਰ ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ, ਜਿੱਥੇ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਨਵੀਂ ਬਣੀ ਆਪ ਸਰਕਾਰ ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਸੀ ਤੇ ਅਜੇ ਸਰਕਾਰ ਬਣੀ ਨੂੰ 2 ਮਹੀਨੇ ਹੀ ਨਹੀਂ ਹੋਏ ਤੇ ਪੰਜਾਬ 'ਚ ਹਰ ਵਰਗ ਇਸ ਵੇਲੇ ਦੁਖੀ ਹੋ ਚੁੱਕਿਆ ਹੈ। ਜਿਸ ਤਰ੍ਹਾਂ ਇਹ ਸਰਕਾਰ ਝੂਠ ਮਾਰ ਕੇ ਸੋਸ਼ਲ ਮੀਡੀਆ ਤੇ ਲੋਕਾਂ ਨਾਲ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਬਣੀ ਸੀ, ਉਨੀ ਜਲਦੀ ਹੀ ਲੋਕਾਂ 'ਚ ਜਿਹੜੀ ਹੈ ਇਹਨਾਂ ਦੇ ਪ੍ਰਤੀ ਹਾਹਾਕਾਰ ਮਚੀ। ਅਜੇ 2 ਮਹੀਨੇ ਹੋਏ ਆ ਸਰਕਾਰ ਬਣੀ ਨੂੰ, 2 ਮਹੀਨੇ ਪੂਰੇ ਵੀ ਨਹੀਂ ਹੋਏ ਤੇ ਹਰੇਕ ਵਰਗ, ਕਿਸਾਨ ਆਪਦੀ ਜਗ੍ਹਾ ਤੇ, ਵਪਾਰੀ ਆਪਦੀ ਜਗ੍ਹਾ ਤੇ, ਹਰੇਕ ਵਰਗ ਪੰਜਾਬ ਦਾ ਦੁਖੀ ਹੈ। ਮਾਨਸਾ ਦੇ ਬਾਲ ਭਵਨ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ, ਜਿੱਥੇ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਸੱਤਾ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਤੇ ਬੜਾ ਸਾਫ਼ ਸੁਥਰਾ ਫਤਵਾ ਦਿੱਤਾ ਸੀ ਜਿਹੜੀ ਮੌਜੂਦਾ ਸਰਕਾਰ ਦੇ ਹੱਕ 'ਚ, ਤੇ ਅਸੀਂ ਵੀ ਉਸ ਚੀਜ਼ ਨੂੰ ਫਤਵੇ ਨੂੰ ਮੰਨਦੇ ਵੀ ਸੀ ਤੇ ਇਹਨਾਂ ਨੂੰ ਵਧਾਈ ਵੀ ਦਿੰਦੇ ਸੀ ਚੰਗੇ ਕੰਮ ਕਰਨ। ਪਰ ਅੱਜ ਸਰਕਾਰ ਦੇ ਕੁਝ ਇਸ ਤਰ੍ਹਾਂ ਦੇ ਫੈਸਲੇ ਆਏ ਜਿਨ੍ਹਾਂ ਨੇ ਸਾਰੀਆਂ ਹੀ ਪੰਜਾਬ ਦੇ ਲੋਕਾਂ ਨੂੰ ਮਜਬੂਰ ਕਰਤਾ ਕਿ ਇਹਨਾਂ ਦਾ ਇਸ ਚੀਜ਼ ਵੱਲ ਧਿਆਨ ਦਿਵਾਓ। ਬਿਜਲੀ ਜਿੱਥੇ ਇੱਕ ਪੰਜਾਬ ਸਰਪਲਸ ਸੂਬਾ ਬਣ ਗਿਆ ਸੀ, ਉਹਦੇ ਵਿੱਚ ਅੱਜ ਨਾ ਕਿਸਾਨ ਨੂੰ, ਨਾ ਕਿਸੇ ਦੁਕਾਨਦਾਰ ਨੂੰ, ਨਾ ਇੰਡਸਟਰੀ ਨੂੰ, ਨਾ ਕਿਸੇ ਗਰੀਬ ਦੇ ਘਰਾਂ 'ਚ ਪੱਖੇ ਬੰਦ ਹੋਏ ਪਏ, ਬਿਜਲੀ ਨਹੀਂ ਮਿਲ ਰਹੀ। ਹੋਰ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ MOU ਸਾਈਨ ਕਰਕੇ ਸਾਰਾ ਪੰਜਾਬ ਹੀ ਗਿਰਵੀ ਰੱਖਿਆ ਹੋਣਾ, ਬਹੁਤ ਅਫਸੋਸ ਦੀ ਗੱਲ ਹੈ। ਲਾਅ ਐਂਡ ਆਰਡਰ ਦਿਨੋਂ ਦਿਨ ਬੱਤਰ ਹੁੰਦਾ ਜਾਂਦਾ ਹੈ। ਜਿੰਨੇ ਵੀ ਤਕਰੀਬਨ ਪੰਜਾਬ ਦੇ ਸਾਰੇ ਸੀਰੀਅਸ ਮਸਲੇ ਆ ਜਿਹੜੇ ਕਿ ਉਮੀਦ ਕਰਦੇ ਸੀ ਲੋਕ ਵੀ ਇਹ ਸਾਰਿਆਂ 'ਚ ਸੁਧਾਰ ਆਊਗਾ, ਉਹ ਸਾਰੇ ਦਿਨੋਂ ਦਿਨ ਨਿਘਾਰ ਚੱਲ ਰਿਹਾ ਹੈ। ਇਸੇ ਕਾਰਨ ਮਜਬੂਰੀ ਹੋਣ ਕਰਕੇ ਜਿਹੜੀ ਲੋਕ ਰਾਜ ਦੇ ਵਿੱਚ ਜੋ ਇਹਨਾਂ ਨੇ ਹਾਲਾਤ ਕੀਤੇ, ਸਾਰੇ ਹੀ ਪੰਜਾਬ ਨੂੰ ਅੱਜ ਮਜਬੂਰ ਹੋ ਕੇ ਇਹਨਾਂ ਵਿਰੁੱਧ ਧਰਨੇ ਤੇ ਮੁਜ਼ਾਹਰੇ ਕਰਨੇ ਪੈ ਰਹੇ। ਬਠਿੰਡਾ ਤੋਂ ਪ੍ਰਦੀਪ ਰਾਜ, ਬਰਨਾਲਾ ਤੋਂ ਲਖਵਿੰਦਰ ਸ਼ਰਮਾ, ਫਿਰੋਜ਼ਪੁਰ ਤੋਂ ਬੌਬੀ ਖੁਰਾਣਾ ਅਤੇ ਮਾਨਸਾ ਤੋਂ ਜਗਦੀਸ਼ ਬਾਂਸਲ ਦੇ ਨਾਲ ਬਿਊਰੋ ਰਿਪੋਰਟ ਫਾਸਟ ਟੀਵੀ ਨਿਊਜ਼ ਬਠਿੰਡਾ ਖਬਰਨਾਮਾ। ਪਟਵਾਰੀਆਂ ਦੀ ਹੜਤਾਲ ਦੇ ਹੱਕ ਵਿੱਚ ਤਹਿਸੀਲਦਾਰ ਵੀ ਅੱਜ ਸਮੂਹਿਕ ਛੁੱਟੀ ਤੇ ਚਲੇ ਗਏ, ਜਿਸ ਕਾਰਨ ਆਪਣੇ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਇਸੇ ਨਾਲ ਜੁੜੀ ਵੇਖਦੇ ਹਾਂ ਇੱਕ ਰਿਪੋਰਟ। ਸੰਗਰੂਰ ਵਿਖੇ ਵਿਜੀਲੈਂਸ ਵਿਭਾਗ ਵੱਲੋਂ ਇੱਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਵਿਰੋਧ ਵਿੱਚ ਸੂਬੇ ਭਰ ਦੇ ਪਟਵਾਰੀਆਂ ਦੇ ਹੜਤਾਲ ਤੇ ਚਲੇ ਜਾਣ ਦੇ ਬਾਅਦ ਅੱਜ ਪਟਵਾਰੀਆਂ ਦੇ ਹੱਕ 'ਚ ਤਹਿਸੀਲਦਾਰਾਂ ਵੱਲੋਂ ਵੀ ਸਮੂਹਿਕ ਛੁੱਟੀ ਦਾ ਐਲਾਨ ਕਰਕੇ ਕੰਮਕਾਜ ਠੱਪ ਕਰ ਦਿੱਤਾ ਗਿਆ, ਜਿਸ ਨਾਲ ਜਿੱਥੇ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਇਆ, ਉੱਥੇ ਹੀ ਆਮ ਜਨਤਾ ਵੀ ਪਰੇਸ਼ਾਨ ਨਜ਼ਰ ਆਈ, ਜਿਨ੍ਹਾਂ ਨੂੰ ਬਿਨਾਂ ਆਪਣੇ ਕੰਮ ਕਰਵਾਇਆ ਘੰਟਿਆਂ ਬੱਧੀ ਖੱਜਲ ਖੁਆਰੀ ਦਾ ਸਾਹਮਣਾ ਕਰਨ ਦੇ ਬਾਅਦ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਪਰ ਮੋਟੀਆਂ ਤਨਖਾਹਾਂ ਲੈਣ ਵਾਲੇ ਇਹਨਾਂ ਸਰਕਾਰੀ ਬਾਬੂਆਂ ਨੂੰ ਸ਼ਾਇਦ ਆਮ ਲੋਕਾਂ ਦੀ ਸਮੱਸਿਆ ਦਾ ਕੋਈ ਧਿਆਨ ਨਹੀਂ, ਜਿਨ੍ਹਾਂ ਆਮ ਲੋਕਾਂ ਦੇ ਭਰੇ ਟੈਕਸਾਂ ਨਾਲ ਇਹ ਤਨਖਾਹਾਂ ਲੈਂਦੇ ਹਨ। ਆਏ ਦਿਨ ਇਹ ਸਰਕਾਰੀ ਮੁਲਾਜ਼ਮ ਆਪਣੀਆਂ ਕਿਸੇ ਨਾ ਕਿਸੇ ਮੰਗਾਂ ਨੂੰ ਲੈ ਕੇ ਹੜਤਾਲ ਤੇ ਚਲੇ ਜਾਂਦੇ ਹਨ, ਜਿਸ ਦਾ ਖਮਿਆਜ਼ਾ ਸਿਰਫ ਤੇ ਸਿਰਫ ਆਮ ਜਨਤਾ ਨੂੰ ਭੁਗਤਣਾ ਪੈਂਦਾ ਹੈ। ਆਮ ਲੋਕਾਂ ਦੀ ਖੱਜਲ ਖੁਆਰੀ ਦੀਆਂ ਤਸਵੀਰਾਂ ਬਠਿੰਡਾ ਦੇ ਤਹਿਸੀਲ ਦਫ਼ਤਰ ਵਿੱਚੋਂ ਵੀ ਦੇਖਣ ਨੂੰ ਮਿਲੀਆਂ। ਅੱਜ ਮੈਨੂੰ ਤਹਿਸੀਲਦਾਰ ਤੱਕ ਬਹੁਤ ਜ਼ਰੂਰੀ ਕੰਮ ਸੀਗਾ। ਮੇਰੇ ਜਿਹੜੇ ਡਾਕੂਮੈਂਟ ਉਹ ਗਲਤ ਆ, ਉਹਨਾਂ ਤੇ ਡੇਟ ਆਫ ਬਰਥ ਉਹਦੇ ਮੁਤਾਬਿਕ ਮੈਂ ਉਹਨਾਂ ਤੋਂ ਸਾਈਨ ਕਰਵਾਉਣੇ ਸੀ, ਜਿਹੜੇ ਕਿ ਬਹੁਤ ਜ਼ਰੂਰੀ ਸੀ। ਮੇਰਾ ਪਹਿਲਾਂ ਹੀ 1.5 ਸਾਲ ਖਰਾਬ ਹੋ ਚੁੱਕਿਆ ਪੜ੍ਹਾਈ ਦਾ, ਜਿਹੜਾ ਮੇਰੇ ਲਈ ਬਹੁਤ ਉਹ ਆ ਖਰਾਬ ਹੀ ਆ। ਤੇ ਮੈਂ ਜਿਹੜੇ ਆ 2 ਨੰਬਰ ਦੇ ਕੰਮ ਹੋ ਰਿਹਾ, ਇਹ ਨਹੀਂ ਹੋਣੇ ਚਾਹੀਦੇ। ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦੀ ਹਾਂ ਕਿ ਇਹ 2 ਨੰਬਰ ਦੇ ਕੰਮ ਆ ਜਿਹੜੇ ਰੋਕ ਕੇ ਜਾਣ। ਇੱਥੇ ਆ ਕੇ ਮੈਨੂੰ ਬਹੁਤ ਹੈਰਾਨੀ ਹੋ ਰਹੀ ਆ ਵੀ ਮੇਰਾ ਇੰਨਾ ਜ਼ਰੂਰੀ ਕੰਮ ਆ ਜਿਹੜਾ ਅੱਜ ਰਹਿ ਗਿਆ। ਹਾਂਜੀ, ਬਹੁਤ ਸਮੱਸਿਆ ਆ ਰਹੀ ਆ ਲੋਕਾਂ ਨੂੰ। ਅਸੀਂ ਵੀ ਬਹੁਤ ਦੂਰੋਂ ਆਏ ਆ, ਤਾਂ ਕਰਕੇ ਸਾਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਆ ਰੋਜ਼ ਆਉਣ ਦੀ। ਮੇਰੇ ਤਾਂ ਡੈਡੀ ਵੀ ਹੈ ਨਹੀਂ, ਮੈਨੂੰ ਇਕੱਲੀ ਨੂੰ ਆਉਣਾ ਪੈਂਦਾ ਇੰਨੀ ਦੂਰ, ਤਾਂ ਕਰਕੇ ਮੇਰੀ ਇਹੀ ਅਪੀਲ ਆ ਵੀ 2 ਨੰਬਰ ਦੇ ਜਿਹੜੇ ਕੰਮ ਹੈ ਰੋਕ ਕੇ ਜਾਣ। ਦੂਜੇ ਪਾਸੇ ਮੁਲਾਜ਼ਮ ਆਗੂਆਂ ਦਾ ਤਰਕ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ, ਜਿਨ੍ਹਾਂ ਦਾ ਕਹਿਣਾ ਸੀ ਕਿ ਵਿਜੀਲੈਂਸ ਵਿਭਾਗ ਵੱਲੋਂ ਪਟਵਾਰੀ ਤੇ ਕੀਤੀ ਕਾਰਵਾਈ ਸਰਾਸਰ ਤੱਕ ਹੈ ਤੇ ਜੇਕਰ ਪਬਲਿਕ ਪਰੇਸ਼ਾਨ ਹੋ ਰਹੀ ਹੈ ਤਾਂ ਇਹ ਗਲਤੀ ਸਰਕਾਰ ਦੀ ਹੈ, ਜਿਸ ਲਈ ਸਰਕਾਰ ਇਸ ਮਸਲੇ ਦਾ ਜਲਦੀ ਹੱਲ ਕਰੇ। ਤੇ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ, ਇਹ ਗਲਤੀ ਸਰਕਾਰ ਦੀ ਹੈ। ਸਰਕਾਰ
ਨੂੰ ਅਪੀਲ ਹੈ ਵੀ ਇਹਦਾ ਮਸਲੇ ਦਾ ਹੱਲ ਜਲਦੀ ਕਰੇ ਤਾਂ ਜੋ ਆਮ ਪਬਲਿਕ ਨੂੰ ਇਹ ਜਿਹੜੀਆਂ ਸੇਵਾਵਾਂ ਹੈ ਉਹ ਜਾਰੀ ਰੱਖੀਏ। ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪੈਰੀ ਤੋਂ ਜਦੋਂ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਹਨਾਂ ਤਹਿਸੀਲਦਾਰਾਂ ਨੂੰ ਗੱਲਬਾਤ ਦਾ ਸਮਾਂ ਦਿੱਤਾ ਗਿਆ ਤੇ ਜਲਦ ਇਸ समस्या का हल किया जाएगा। अभी जितना भी रेवेन्यू डिपार्टमेंट का अमला है, DRO, तहसीलदार साहबान, नायब तहसीलदार साहबान, इसके अलावा जो अपने पटवारी है, कानून वो है, सारे अभी स्ट्राइक पे हैं। और जैसा कि आज सुबह भी मुझसे मिलने के लिए आए थे, मास लीव उन्होंने आज अप्लाई की, तो उनका कहना था कि सरकार की तरफ से आज उनको समय दिया गया है शाम के आसपास, तो उनकी मीटिंग वहाँ पे हो जाएगी। उसके बाद वो अपनी इस कॉल को एक बार दोबारा से रिव्यू करेंगे। कैमरामैन प्रदीप राज ਦੇ ਨਾਲ ਬਿਊਰੋ ਰਿਪੋर्ट फास्ट वे न्यूज़ ਬਠਿੰਡਾ ਖਬਰਨਾਮਾ। ਹੁਣ ਗੱਲ ਕਰਦੇ ਹਾਂ ਬਠਿੰਡਾ ਦੇ ਇੱਕ ਅਜਿਹੇ ਸਰਕਾਰੀ ਸਕੂਲ ਦੀ ਜਿਸ ਦੀ ਬਿਲਡਿੰਗ ਤਾਂ ਪ੍ਰਾਇਮਰੀ ਸਕੂਲ ਤੋਂ ਵਧਾ ਕੇ ਮਿਡਲ ਸਕੂਲ ਤੱਕ ਕਰ ਦਿੱਤੀ ਗਈ ਹੈ, ਪਰ ਇੱਥੇ ਨਾ ਤਾਂ ਬੱਚਿਆਂ ਦੇ ਬੈਠਣ ਲਈ ਫਰਨੀਚਰ ਹੈ ਤੇ ਨਾ ਹੀ ਇਹਨਾਂ ਬੱਚਿਆਂ ਨੂੰ ਪੜਾਉਣ ਲਈ ਅਧਿਆਪਕ। ਦੇਖਦੇ ਹਾਂ ਕੀ ਇਹ ਪੂਰੀ ਖਬਰ। अपनी टीवी स्क्रीन ते जिस स्कूल ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਠਿੰਡਾ ਦੀ ਧੋਬੀਆਣਾ ਬਸਤੀ ਦਾ ਸਰਕਾਰੀ ਸਕੂਲ ਹੈ ਜਿਸ ਦੀ ਬਿਲਡਿੰਗ ਪ੍ਰਾਇਮਰੀ ਤੋਂ ਮਿਡਲ ਤੱਕ ਦੀ ਤਾਂ ਬਣਾ ਦਿੱਤੀ ਗਈ ਪਰ ਇਸ ਦਾ ਕੰਮ ਵੀ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਨਨ ਫਾਨਨ ਵਿੱਚ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਇਸ ਦਾ ਉਦਘਾਟਨ ਵੀ ਕਰ ਦਿੱਤਾ ਗਿਆ ਸੀ, ਪਰ ਅਜੇ ਤੱਕ ਇਸ ਸਕੂਲ ਵਿੱਚ ਨਾ ਤਾਂ ਬੱਚਿਆਂ ਦੇ ਬੈਠਣ ਲਈ ਫਰਨੀਚਰ ਆਇਆ ਤੇ ਨਾ ਹੀ ਸਕੂਲ ਵਿੱਚ ਅਧਿਆਪਕ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਲਾਸਰੂਮ ਵਿੱਚ ਸਿਰਫ 2 ਬੱਚੇ ਹਨ ਤੇ ਉਹ ਵੀ ਜ਼ਮੀਨ ਤੇ ਬੈਠ ਕੇ ਪੜ੍ਹ ਰਹੇ ਨੇ। ਹੋਰ ਤਾਂ ਹੋਰ ਇਸ ਸਕੂਲ ਵਿੱਚ 4 ਅਧਿਆਪਕ ਹਨ ਜਿਨ੍ਹਾਂ ਨੂੰ ਹੋਰਾਂ ਸਕੂਲਾਂ ਤੋਂ ਇੱਥੇ ਭੇਜਿਆ ਗਿਆ। ਇਹ ਨਹੀਂ, ਇਹਨਾਂ ਵਿੱਚੋਂ ਵੀ 2 ਅਧਿਆਪਕ ਮੈਡੀਕਲ ਛੁੱਟੀ ਤੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਤੇ ਸਿਰਫ 2 ਅਧਿਆਪਕ ਹੀ ਇਸ ਸਕੂਲ ਵਿੱਚ ਇਸ ਵੇਲੇ ਮੌਜੂਦ ਹਨ। ਇੱਥੇ ਇੱਕ ਗੱਲ ਹੋਰ ਵੀ ਦੱਸਣੀ ਬਣਦੀ ਹੈ ਕਿ ਇਸ ਕਲਾਸ ਵਿੱਚ ਬੈਠੇ ਦੋਨੋਂ ਬੱਚੇ ਵੱਖ-ਵੱਖ ਕਲਾਸਾਂ ਦੇ ਹਨ, ਜਿਸ ਨੂੰ ਦੇਖ ਕੇ ਤੁਸੀਂ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹੋ ਕਿ ਇੱਕ ਅਧਿਆਪਕ 2 ਵੱਖਰੀ-ਵੱਖਰੀ ਕਲਾਸ ਦੇ ਵਿਦਿਆਰਥੀਆਂ ਨੂੰ ਇਕੱਠਾ ਕਿਵੇਂ ਪੜ੍ਹਾ ਰਿਹਾ ਹੈ। ਸਕੂਲ 'ਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇੱਥੇ ਨਾ ਤਾਂ ਬੈਠਣ ਲਈ ਕੋਈ ਪ੍ਰਬੰਧ ਹੈ ਤੇ ਨਾ ਹੀ ਬਲੈਕ ਬੋਰਡ, ਜਿਸ ਕਰਕੇ ਉਹਨਾਂ ਨੂੰ ਪੜ੍ਹਨ ਵਿੱਚ ਕਾਫੀ ਪਰੇਸ਼ਾਨੀ ਪੇਸ਼ ਆ ਰਹੀ ਹੈ ਤੇ ਹੁਣ ਤਾਂ ਉਹਨਾਂ ਨੂੰ ਮਿਡ ਡੇ ਮੀਲ ਵੀ ਨਹੀਂ ਮਿਲਦਾ, ਜਿਸ ਲਈ ਉਹਨਾਂ ਨੂੰ ਰੋਟੀ ਖਾਣ ਲਈ ਘਰਾਂ ਨੂੰ ਵਾਪਸ ਜਾਣਾ ਪੈਂਦਾ ਹੈ। ਧੋਬੀਆਣਾ ਬਸਤੀ ਸਕੂਲ ਪੜ੍ਹਦਾ ਤਾਂ 7ਵੀਂ ਵੀ ਦਾ ਵਿਅਕਤੀ ਆ ਤੇ ਨਾ ਤਾਂ ਚਾਰਟ ਹੈਗਾ ਨਾ ਬੈਂਚ ਹੈਗੇ, ਸਾਨੂੰ ਮਿਡਲ ਬੈਂਚ ਨਹੀਂ ਮਿਲਦੀ ਆ ਤੇ ਘਰੇ ਜਾ ਕੇ ਖਾਣਾ ਪੈਂਦਾ ਤੇ 11:30 ਵਜੇ ਛੁੱਟੀ ਹੁੰਦੀ ਆ। ਬਾਕੀ ਸਾਰੇ ਘਰੇ ਰਹਿ ਗਏ ਸੀ ਦੋਨੇ ਨੇ ਬੜਾ 2 ਹੀ ਟੀਚਰ ਪੜਾਉਂਦੇ, ਹੋਰ ਕੋਈ ਆਉਂਦਾ ਹੀ ਨਹੀਂ ਪੜਾਉਣ। ਸਾਰੇ ਬੈਂਚ ਹੋਣੇ ਚਾਹੀਦੇ ਆ ਤੇ ਸਰਕਾਰ ਤੋਂ ਆਈ ਮੰਗ ਕਰਦੇ ਆ ਵੀ ਮਿਡਲ ਮਿਲੇ। ਮੈਂ ਧੋਬੀਆਣਾ ਸਕੂਲ 'ਚ ਪੜ੍ਹਦਾ 6ਵੀਂ ਕਲਾਸ ਦਾ ਵਿਦਿਆਰਥੀ ਹਾਂ। ਇੱਥੇ ਸਰ ਕੋਈ ਪ੍ਰਬੰਧ ਨਹੀਂ, ਪੁੰਜੇ ਬੈਠੇ ਦੇ ਨਹੀਂ, ਇੱਥੇ ਕੋਈ ਬਲੈਕ ਬੋਰਡ ਆ ਮੈਡਮ ਲਿਖ ਕੇ ਸਮਝਾ ਦੇਣ, ਇੱਥੇ ਕੋਈ ਟੇਬਲ ਨਹੀਂ, ਪੁੰਜੇ ਬੈਠੇ ਆ। ਇੱਥੇ 6ਵੀਂ ਲੱਗਦੀ ਆ 7ਵੀਂ ਜੀ ਨਹੀਂ, 3 ਕਲਾਸ ਇੱਕ ਕਮਰੇ 'ਚ ਹੀ ਬੰਦੀ ਆ ਜੀ। ਨਹੀਂ ਸਰ ਇੰਨੀ ਕਲਾਸ ਸੰਭਾਲੀ ਲੈਂਦੇ, ਟੀਚਰ 2 ਹੀ ਹੈ ਜੀ, ਮੁਸ਼ਕਲ ਵਾਲੀ ਹੈ ਜੀ। ਇੱਥੇ ਖਾਣਾ ਵੀ ਨਹੀਂ ਮਿਲਦਾ ਜੀ, ਇੱਥੇ ਘਰੇ ਖਾਣਾ ਪੈਂਦਾ ਜਾ ਕੇ ਜੀ। ਅਸੀਂ ਸਰਕਾਰ ਤੋਂ ਮੰਗ ਮਾਰਦੇ ਥੇ ਮਿਡ ਡੇ ਮੀਲ ਮਿਲੇ ਤੇ ਬਲੈਕ ਬੋਰਡ ਲੱਗੇ, ਟਾਟ ਮਿਲੇ, ਬੈਂਚ ਹੋਵੇ ਜੀ। ਦੱਸ ਦੇ ਕਿ ਸਰਕਾਰੀ ਸਕੂਲਾਂ 'ਚ ਆਮ ਤੌਰ ਤੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਜਿਨ੍ਹਾਂ ਦੇ ਮਾਪੇ ਨਿੱਜੀ ਸਕੂਲਾਂ ਦਾ ਖਰਚ ਨਹੀਂ ਚੱਲ ਸਕਦੇ ਤੇ ਦੂਸਰਾ ਸਰਕਾਰਾਂ ਵੱਲੋਂ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਲਈ ਤਾਂ ਕਿਹਾ ਜਾਂਦਾ ਹੈ, ਪਰ ਇਹਨਾਂ ਸਰਕਾਰੀ ਸਕੂਲਾਂ 'ਚ ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਪੋਲ ਧੋਬੀਆਣਾ ਬਸਤੀ ਵਰਗੇ ਸਕੂਲ ਬਖੂਬੀ ਖੋਲ ਰਹੇ ਹਨ। ਇੱਥੇ ਪੜ੍ਹਨ ਆਉਣ ਵਾਲੇ ਬੱਚਿਆਂ ਦੇ ਮਾਪਿਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇੱਥੇ ਬਿਲਡਿੰਗ ਤਾਂ ਬਣਾ ਦਿੱਤੀ ਗਈ ਹੈ ਪਰ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਲਈ ਉਹਨਾਂ ਦੇ ਬੱਚਿਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਤੇ ਦੂਸਰਾ, ਜਦੋਂ ਮਿਡ ਡੇ ਮੀਲ ਲਈ ਬੱਚੇ ਘਰ ਜਾਂਦੇ ਹਨ ਤਾਂ ਵਾਪਸ ਆਉਂਦੇ ਟਾਈਮ ਬੱਚਿਆਂ ਦੀ ਛੁੱਟੀ ਹੋ ਜਾਂਦੀ ਹੈ ਤੇ ਦੂਸਰਾ, ਅਧਿਆਪਕ ਨਾ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਉਹਨਾਂ ਨੂੰ ਨਵੀਂ ਸਰਕਾਰ ਤੋਂ ਕਾਫੀ ਉਮੀਦਾਂ ਸਨ, ਪਰ ਨਵੀਂ ਸਰਕਾਰ ਵੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਾਡਾ ਬੱਚਾ ਜੀ ਇੱਥੇ 6ਵੀਂ ਕਲਾਸ 'ਚ ਪੜ੍ਹਦਾ, ਧੋਬੀਆਣਾ ਸਕੂਲ ਆ ਜੀ, ਨਵਾਂ ਖੁੱਲਿਆ ਇਹ। ਇੱਥੇ ਕੋਈ ਹਲੇ ਮਤਲਬ ਕੋਈ ਸਹੂਲਤ ਨਹੀਂ ਹੈਗੀ ਜਿਹਦੀ, ਨਾ ਕੋਈ ਕਿਤਾਬਾਂ ਬੱਚਿਆਂ ਨੂੰ, ਨਾ ਕੋਈ ਬੈਂਚ, ਜਾਂ ਕੋਈ ਟਾਟ, ਨਾ ਕੋਈ ਖਾਣੇ ਦਾ ਪ੍ਰਬੰਧ ਆ ਜੀ ਹਲੇ। ਹਾਂਜੀ, ਬੱਚੇ ਮੈਡਮਾਂ ਕਹਿੰਦੀਆਂ ਘਰੋਂ ਖਾਣਾ ਖਾ ਕੇ ਆਇਆ ਕਰੋ। ਦਿੱਕਤ ਹੀ ਹੈ ਜੀ ਗਰਮੀ ਦਾ ਮਤਲਬ ਮੌਸਮ ਆ ਜੀ, ਬੱਚਿਆਂ ਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਇਸ ਚੀਜ਼ ਦੀ।
ਤਾਂ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਗਰੀਬ ਹੈਗਾ ਜੀ, ਅਸੀਂ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਾ ਨਹੀਂ ਸਕਦੇ ਤਾਂ ਕਿ ਫੀਸਾਂ ਬਹੁਤ ਜ਼ਿਆਦਾ ਹੈ ਜੀ ਪ੍ਰਾਈਵੇਟ ਸਕੂਲਾਂ ਦੀਆਂ। ਮੇਰੇ ਬੱਚੇ ਧੋਬੀਆਣਾ ਸਕੂਲ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ ਜੀ, ਤੇ ਇੱਥੇ ਸਾਡਾ ਪੜ੍ਹਦੇ ਨੂੰ ਕਾਫੀ ਚਿਰ ਹੋ ਗਿਆ। 7ਵੀਂ ਕਲਾਸ 'ਚ ਮੇਰੇ 2 ਬੱਚੇ ਆ ਜੀ, ਤੇ ਉਹ ਸਵੇਰੇ 7 ਵਜੇ ਸਕੂਲ ਵਾਸਤੇ ਆਉਂਦੇ ਆ ਤੇ 11:30 ਵਜੇ ਉਹਨਾਂ ਦੀ ਛੁੱਟੀ ਹੋ ਜਾਂਦੀ ਹੈ ਤੇ 11:30 ਵਜੇ ਛੁੱਟੀ। ਇੱਥੇ ਕੋਈ ਮਿਡ ਡੇ ਮੀਲ ਦਾ ਕੋਈ ਉਹਨੂੰ ਪ੍ਰਬੰਧ ਨਹੀਂ ਹੈ। ਬੱਚੇ 10 ਵਜੇ ਆ ਕੇ 11 ਵਜੇ ਆ ਕੇ ਘਰੇ ਰੋਟੀ ਖਾਂਦੇ ਆ, ਫਿਰ ਵਾਪਸ ਆਉਂਦੇ ਆ। ਉਹਨਾਂ 'ਚ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਜੀ, ਪੜ੍ਹਾਈ ਦਾ ਕਾਫੀ ਨੁਕਸਾਨ ਹੁੰਦਾ ਸਰ। ਪੜ੍ਹਾਈ ਦਾ ਇਸ ਐਜੂਕੇਸ਼ਨ ਤੁਹਾਨੂੰ ਪਤਾ, ਜਦੋਂ ਜਵਾਕ ਘਰੇ ਹੀ ਗੇੜਾ ਮਾਰਦੇ ਫਿਰੂਗਾ ਤੇ ਉਹ ਪੜ੍ਹਾਈ ਕਿਸ ਟਾਈਮ ਤੇ ਕਿਸ ਸਟੇਜ ਤੇ ਕਰੂਗਾ ਉਹ। ਨਹੀਂ, ਸਾਨੂੰ ਤਾਂ ਉਮੀਦਾਂ ਕਾਫੀ ਸੀ ਸਰ, ਜੇ ਨਵੀਂ ਸਰਕਾਰ ਆਊਗੀ ਤੇ ਨਵੇਂ ਵਾਅਦੇ ਜਿਹੜੇ ਕੀਤੇ ਉਹ ਪੂਰੇ ਕਰੂਗੀ ਤਾਂ ਸਕੂਲਾਂ ਦੇ ਵਿੱਚ ਜੋ ਵੀ ਪ੍ਰਬੰਧਕ ਹੈਗੇ ਆ ਉਹ ਪੂਰੇ ਹੋਣਗੇ, ਪਰ ਇਹੋ ਜਿਹਾ ਕੁਝ ਹੋਇਆ ਨਹੀਂ ਹੁਣ ਤੱਕ। ਮੰਗ ਆਪਾਂ ਇਹੀ ਕਰਦੇ ਹਾਂ, ਬੱਚਿਆਂ ਨੂੰ ਸਕੂਲ ਦੇ ਵਿੱਚ ਮਿਡ ਡੇ ਮੀਲ ਵਧੀਆ ਦਿੱਤੀ ਜਾਵੇ, ਸਕੂਲ ਦੇ ਵਿੱਚ ਜੋ ਵੀ ਬੈਂਚਾਂ ਦਾ ਪ੍ਰਬੰਧ ਹੈ ਉਹ ਕੀਤਾ ਜਾਵੇ, ਤੇ ਸਰਕਾਰੀ ਸਕੂਲ ਦੇ ਵਿੱਚ ਜੋ ਵੀ ਮੁਆਵਜ਼ਾ ਹੁੰਦਾ ਬੱਚਿਆਂ ਵਾਸਤੇ ਉਹ ਜਲਦ ਤੋਂ ਜਲਦ ਦਿੱਤਾ ਜਾਵੇ। ਹਾਂਜੀ, ਟੀਚਰਾਂ ਦਾ ਤਾਂ ਸਭ ਤੋਂ ਮੇਨ ਮੁੱਦਾ ਹੀ ਹੈ ਜੀ ਸਰ। ਟੀਚਰ ਹੋਣਗੇ ਤਾਂ ਹੀ ਬੱਚੇ ਪੜ੍ਹਨਗੇ। ਇੱਥੇ ਟੀਚਰ ਦਾ ਕੋਈ ਪ੍ਰਬੰਧ ਨਹੀਂ ਹੈ। 1-2 ਟੀਚਰ ਹੈਗੇ ਆ, ਕੋਈ ਵੀ 342 ਬੱਚੇ ਸਕੂਲ ਦੇ ਵਿੱਚ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਨਗੇ ਤੁਸੀਂ ਆਪ ਹੀ ਦੇਖੋ ਸਰ। ਸਰ ਜੀ, ਇਹ ਸਕੂਲ ਹੁਣ ਐਡੀ ਵੱਡੀ ਬਿਲਡਿੰਗ ਬਣਾ ਚੁੱਕੇ ਆ। ਇਹ ਸੈਕੰਡਰੀ ਸਕੂਲ ਬਣਨਾ ਚਾਹੀਦਾ, ਤਾਂ ਉਹ 10ਵੀਂ ਤੱਕ 12ਵੀਂ ਤੱਕ ਤਾਂ ਹੋਣਾ ਹੀ ਚਾਹੀਦਾ ਤਾਂ ਕਿ ਸਾਡੇ ਬੱਚੇ ਇੱਥੇ 10ਵੀਂ 12ਵੀਂ ਤੱਕ ਪੜ੍ਹ ਸਕਣ। ਤੇ ਜੇ ਇੱਥੇ 5ਵੀਂ 6ਵੀਂ ਤੱਕ ਹੀ ਹੈ, 8ਵੀਂ ਤੱਕ, ਉਸ ਤੋਂ ਬਾਅਦ ਬੱਚਾ ਸਾਡਾ ਘਰ ਦੇ ਦੂਰ ਸਕੂਲ ਹੈ ਉੱਥੇ ਭੇਜਣਾ ਪੈਂਦਾ ਸਾਨੂੰ ਸਰ। ਲਿਆਉਣਾ ਕਰਨਾ ਔਖਾ। ਬਾਕੀ ਸਾਡੀ ਮੇਰੀ ਬੇਟੀਆਂ 2 ਬੇਟੀਆਂ ਨੂੰ ਹੁਣ ਇੰਨੀ ਦੂਰ ਜਾਣਾ ਕਰਨਾ ਬਹੁਤ ਔਖਾ ਸਰ। ਇਹ ਘਰ ਦੇ ਨੇੜੇ ਹੈ ਸਕੂਲ, ਸਾਨੂੰ ਤਾਂ ਇਹ ਸੁੱਖ ਸੀ 10ਵੀਂ 12ਵੀਂ ਤੱਕ ਹੋ ਜਾਊਗਾ ਤੇ ਸਾਨੂੰ ਕੋਈ ਦਿੱਕਤ ਨਹੀਂ ਹੈ। ਚਲੋ 10ਵੀਂ 12ਵੀਂ ਤੱਕ ਇੱਥੇ ਆਪਣਾ ਬੱਚੇ ਆਪਣੇ ਸਕੂਲ ਘਰ ਦੇ ਨੇੜੇ ਹੀ ਰਹਿਣਗੇ, ਨਾਲੇ ਪੜ੍ਹਨਗੇ ਵਧੀਆ, ਠੀਕ ਹੈ ਸਰ। ਪਰ ਇੱਥੇ 6ਵੀਂ 7ਵੀਂ ਤੱਕ ਵੀ ਹੈ, ਉਸ ਤੋਂ ਬਾਅਦ ਸਾਨੂੰ ਬੱਚੇ ਨੂੰ ਦੂਰ ਭੇਜਣਾ ਪੈ ਰਿਹਾ ਸਕੂਲ ਤੋਂ। ਸਰ ਬੱਚੇ ਆਉਂਦੇ ਤਾਂ ਨੀਚੇ ਬਹਿ ਕੇ ਪੜ੍ਹਦੇ ਹੈਗੇ, ਉੱਪਰ ਨਹੀਂ ਬੈਠ ਕੇ ਪੜ੍ਹਦੇ, ਕਿਉਂਕਿ ਬੱਚੇ ਵਾਸਤੇ ਚੰਗਾ ਨਹੀਂ ਹੈਗਾ, ਇਹ ਸਹੂਲਤ ਨਹੀਂ ਹੈਗੀ ਹੈ ਸਾਡੇ ਕੋਲ। ਤੇ ਇੱਥੇ ਆਂਦੇ ਬੱਚੇ ਇੱਥੇ ਵਾਰਾਗਰਦੀ ਕਰਦੇ ਆ, ਕੋਈ ਬੈਠਣ ਦੀ ਜਗ੍ਹਾ ਨਹੀਂ ਹੈਗੀ, ਖਾਣਾ ਪੀਣਾ ਚੱਜ ਦਾ ਨਹੀਂ ਹੈਗਾ, ਕੋਈ ਵੀ ਸਹੂਲਤ ਨਹੀਂ ਹੈਗੀ ਇੱਥੇ। ਮਿਡ ਡੇ ਮੀਲ ਨਹੀਂ ਮਿਲਦਾ ਹੈਗਾ। ਕਦੇ 1 ਵਜੇ ਆ ਜਾਂਦੇ, ਕਦੇ 12 ਵਜੇ ਆ ਜਾਂਦੇ ਹੈਗੇ। ਸਾਨੂੰ ਤਾਂ ਇਹੀ ਹੁੰਦਾ ਹੈਗਾ ਸਕੂਲ 'ਚ ਬੈਠੇ ਹੈਗੇ, ਕਦੀ ਲੇਟ ਹੋ ਜਾਂਦੇ ਹੈਗੇ, ਕਦੀ ਛੇਤੀ ਆ ਜਾਂਦੇ ਹੈਗੇ। ਮਤਲਬ ਇੱਥੇ ਸਕੂਲ ਦਾ ਕੋਈ ਵੀ ਪ੍ਰਬੰਧ ਹੈ ਹੀ ਨਹੀਂ। ਤੇ ਜਦੋਂ ਇਸ ਬਾਰੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹਨਾਂ ਕੋਲ ਇਸ ਸੰਬੰਧੀ ਕੋਈ ਜਵਾਬ ਹੈ ਵੀ ਨਹੀਂ। ਬਸ ਉਹੀ ਹੈ ਸਰ, ਉੱਥੇ ਕੋਈ ਹੈ ਨਹੀਂ ਪ੍ਰਬੰਧ ਕੋਈ ਸਕੂਲ ਦੇ ਵਿੱਚ। ਉਹਦੇ ਤੁਸੀਂ ਦੱਸੋ ਵੀ ਕਦੋਂ ਤੱਕ ਜਿਹੜਾ ਹੋ ਜਾਊਗਾ ਹੱਲ। ਪਤਾ ਕੀ ਹੈ, ਮੇਰੇ ਗਰੀਬ ਬੰਦੇ ਦਾ ਨੁਕਸਾਨ ਹੋਵੇਗਾ। ਗਰੀਬ ਬੰਦੇ ਦਾ ਕਿਹਦਾ ਨੁਕਸਾਨ ਹੋਵੇਗਾ? ਮੇਰੇ ਕੀ 1.5 ਸਾਲ ਹੋ ਗਏ ਸਰ ਕਦੀ ਸਰ 1.5 ਸਾਲ ਪਹਿਲਾਂ ਤੁਹਾਨੂੰ ਪਤਾ ਕਰੋਨਾ ਦੀ ਲੰਘ ਗਿਆ, ਕੋਈ ਸਕੂਲ ਨਹੀਂ ਲੱਗੇ, ਕੁਝ ਹੋਰ ਨਹੀਂ ਹੋਇਆ ਨਾ। ਗੱਲ ਕਰਦਾ ਆਪਾਂ ਤਾਂ ਉਹਨੂੰ ਵੀ ਕਿਹਾ ਵੀ ਕਿਸੇ ਵਾਰੀ ਕੁਝ ਨਹੀਂ ਪਤਾ। ਨਹੀਂ ਤਾਂ ਜਿੱਦ ਪ੍ਰੋਬਲਮ ਹੋਊਗੀ ਤਾਂ ਹੀ ਤੁਹਾਡੇ ਕੋਲ ਆਵਾਂਗੇ ਸਰ। ਜੇ ਸਹੀ ਚੱਲੀ ਫਿਰ ਤੁਹਾਡੇ ਕੋਲ ਆਉਣ ਦੀ ਕੀ ਲੋੜ ਹੈ? ਜੇ ਕਿਸੇ ਨੂੰ ਕੋਈ ਸਮੱਸਿਆ ਤਾਂ ਹੀ ਤੁਹਾਡੇ ਕੋਲ ਆਏ ਨਾ ਵੀ ਤੁਸੀਂ ਉਹਦਾ ਕੀ ਹੱਲ ਕਰੋ। ਸਾਰੇ ਸਵਾਲ ਕਰਦੇ ਹੋ, ਠੀਕ ਹੈ ਭਾਈ। ਬਸ ਆਹੀ ਪੁੱਛਣਾ ਵੀ ਤੁਸੀਂ ਦੱਸ ਦਿਓ ਕਦੋਂ ਤੱਕ ਉੱਥੇ ਜਿਹੜੀ ਸਹੂਲਤਾਂ ਹੈ ਨਹੀਂ, ਕੋਈ ਉੱਥੇ ਕਦੋਂ ਤੱਕ ਪੂਰੀਆਂ ਹੈ ਨਹੀਂ, ਕੋਈ ਸਹੂਲਤ ਹੈ ਨਹੀਂ, ਬੱਚਿਆਂ ਦੇ ਬਹਿਣ ਨੂੰ ਕੁਛ ਹੈ ਨਹੀਂ, ਟੀਚਰ ਹੈ ਨਹੀਂਗੇ। ਸਾਡੀ ਹੁਣ ਤੁਸੀਂ ਦੱਸੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਕਿਹੜਾ ਸਕੂਲ ਦੇ ਟੀਚਰ ਨੂੰ ਦੱਸਣ। ਨਹੀਂ ਬਹਿਸ ਵਾਲੀ ਤਾਂ ਗੱਲ ਨਹੀਂ ਸਰ, ਮੈਂ ਤਾਂ ਤੁਹਾਡਾ ਵਰਜ਼ਨ ਲੈਣਾ ਹੈ ਨਾ। ਤੁਸੀਂ ਦੱਸ ਦਿਓ ਵੀ ਹਾਂ ਕਦੋਂ ਤੱਕ ਜਿਹੜੇ ਇਹ ਪੂਰੀਆਂ ਹੈ ਨਹੀਂ। ਮੇਰਾ ਕੋਈ ਕਿਸੇ ਦਾ ਵੀ ਇਸ਼ੂ ਨਹੀਂ। ਕਾਬਲੇ ਗੌਰ ਹੈ ਕਿ ਇੱਕ ਤਾਂ ਸਰਕਾਰੀ ਸਕੂਲਾਂ 'ਚ ਮੱਧ ਵਰਗੀ ਤੇ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਹਨ ਜੋ ਨਿੱਜੀ ਸਕੂਲਾਂ ਦਾ ਖਰਚ ਨਹੀਂ ਚੱਕ ਸਕਦੇ, ਤੇ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ ਨੂੰ ਸਿੱਖਿਆ ਵਰਗੀ ਬੁਨਿਆਦੀ ਸਹੂਲਤ ਮੁਹੱਈਆ ਕਰਵਾਉਣਾ ਸਰਕਾਰ ਤੇ ਸਿੱਖਿਆ ਵਿਭਾਗ ਦਾ ਫਰਜ਼ ਹੈ। ਪਰ ਨਾ ਤਾਂ ਸਰਕਾਰ ਤੇ ਨਾ ਹੀ ਸਿੱਖਿਆ ਵਿਭਾਗ ਇਸ ਨੂੰ ਲੈ ਕੇ ਕੋਈ ਵੀ ਗੰਭੀਰ ਨਜ਼ਰ ਨਹੀਂ ਆ ਰਿਹਾ। ਸੋ ਦੇਖਣਾ ਹੋਵੇਗਾ ਕਿ ਇਸ ਸਕੂਲ ਤੇ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਦਸ਼ਾ ਕਦੋਂ ਤੱਕ ਸੁਧਰਦੀ ਹੈ ਤੇ ਸਿੱਖਿਆ ਵਿਭਾਗ ਕਦੋਂ ਇਸ ਸਕੂਲ ਦੀ ਸਾਰ ਲੈ ਕੇ ਇਸ ਵਿੱਚ ਪ੍ਰਬੰਧ ਪੂਰੇ ਕਰਦਾ ਹੈ। ਕੈਮਰਾਮੈਨ ਪ੍ਰਿਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ, ਫਾਸਟ ਵੇ ਨਿਊਜ਼, ਬਠਿੰਡਾ ਖਬਰਨਾਮਾ।
ਤਪਾ ਮੰਡੀ ਦੀ ਇੱਕ ਨਾਬਾਲਗ ਲੜਕੀ ਦੇ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਵੇਖਦੇ ਹਾਂ ਕੀ ਇਹ ਪੂਰੀ ਖਬਰ। ਪੰਜਾਬ 'ਚ ਵੱਧ ਰਹੇ ਜਿਸਮ ਫਰੋਸ਼ੀ ਦੇ ਧੰਦੇ 'ਚ ਛੋਟੀ ਉਮਰ ਦੀਆਂ ਨਾਬਾਲਗ ਲੜਕੀਆਂ ਨੂੰ ਧੱਕਿਆ ਜਾ ਰਿਹਾ ਹੈ ਤੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤਪਾ ਮੰਡੀ ਤੋਂ, ਜਿੱਥੋਂ ਦੀ 15 ਸਾਲਾ ਲੜਕੀ ਜੋ ਆਪਣੇ ਘਰੋਂ ਨਾਰਾਜ਼ ਹੋ ਕੇ ਸਬਜ਼ੀ ਲੈਣ ਗਈ ਸੀ ਤਾਂ ਉੱਥੇ ਬੱਸ ਸਟੈਂਡ ਤੇ ਬੈਠੀ ਇੱਕ ਔਰਤ ਉਸ ਨੂੰ ਆਪਣੀਆਂ ਗੱਲਾਂ 'ਚ ਫਸਾ ਕੇ ਪਟਿਆਲਾ ਲੈ ਗਈ, ਜਿਸ ਉੱਪਰ ਇਲਜ਼ਾਮ ਲੱਗੇ ਹਨ ਕਿ ਉਹ ਜਿਸਮ ਫਰੋਸ਼ੀ ਦੇ ਧੰਦੇ 'ਚ ਲੜਕੀਆਂ ਸਪਲਾਈ ਕਰਦੀ ਸੀ। ਪੀੜਤ ਨਾਬਾਲਗ ਲੜਕੀ ਨੇ ਜੋ ਆਪਣੀ ਹੱਡਬੀਤੀ ਦੱਸੀ ਹੈ, ਉਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ। ਆਪਣੀ ਹੱਡਬੀਤੀ ਦੱਸਦਿਆਂ ਪੀੜਤ ਲੜਕੀ ਨੇ ਮੁੱਖ ਮੰਤਰੀ ਪੰਜਾਬ ਤੋਂ ਇਨਸਾਫ ਦੀ ਮੰਗ ਕਰਦਿਆਂ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੇ ਲੋਕਾਂ ਦੇ ਜਾਲ 'ਚ ਫਸੀਆਂ ਹੋਈਆਂ ਲੜਕੀਆਂ ਨੂੰ ਬਚਾਇਆ ਜਾ ਸਕੇ। ਮੈਂ ਜੀ ਆਪਣੇ ਮਾਂ-ਬਾਪ ਨਾਲ ਲੜ ਕੇ ਗਈ ਸੀ ਕੰਮ ਪਿੱਛੇ। ਮੈਂ ਥੱਕ ਗਈ ਸੀ ਕੰਮ, ਮੈਂ ਰੋਈ ਜਾ ਰਹੀ ਸੀ। ਮੈਂ ਸਬਜ਼ੀ ਲੈਣ ਗਈ ਸੀ, ਉੱਥੇ ਇੱਕ ਕਰਨਾ ਨਾਮ ਦੀ ਔਰਤ ਆਈ ਸੀ। ਮੈਂ ਉਹਨੂੰ ਜਾਣਦੀ ਵੀ ਨਹੀਂ ਸੀ। ਉਹ ਮੈਨੂੰ ਪਿਆਰ ਨਾਲ ਕੇਰਾਂ ਲੈ ਗਈ ਕਿ ਮੈਂ ਤੈਨੂੰ ਆਪਦੀ ਧੀ ਬਣਾ ਕੇ ਰੱਖੂੰਗੀ। ਉਹ ਮੈਨੂੰ ਪਟਿਆਲੇ ਲੈ ਗਈ। ਉਦੋਂ ਬਾਅਦ 'ਚ ਮੈਨੂੰ ਕਿਤੇ ਹੋਰ ਉਹਨਾਂ ਨੇ ਛੱਡਤਾ। ਉਹਨਾਂ ਦੇ ਮੁੰਡੇ ਵੀ ਮੇਰੇ ਨਾਲ ਗਲਤ ਕੰਮ ਕਰਦੇ ਸੀ। ਉਹਨਾਂ ਦੇ ਮੁੰਡੇ ਦਾ ਨਾਮ ਸੀਗਾ ਨੀਤਿਸ਼ ਤੇ ਨੋਡੀ। ਉਹਨਾਂ ਦੀ ਮਾਂ ਦਾ ਨਾਮ ਸੀਗਾ ਸਰਬਜੀਤ ਕੌਰ। ਤੇ ਉਦੋਂ ਬਾਅਦ 'ਚੋਂ ਕੁਛ ਦਿਨ ਮਹੀਨਾ ਉੱਥੇ ਰੱਖਿਆ। ਮਹੀਨੇ ਤੋਂ ਬਾਅਦ ਮੈਨੂੰ ਘਰੇ ਲੈ ਕੇ ਆ ਗਈ। ਦੂਜੇ ਦਿਨ ਨੂੰ ਮੈਨੂੰ ਭੇਵੇ ਲੈ ਗਈ, ਜਿੱਥੇ ਪੱਕਾ ਅੱਡਾ ਬਣਿਆ ਹੋਇਆ। ਉੱਥੇ ਦਿਨ ਰਾਤ ਇਹੀ ਕੰਮ ਚੱਲਦਾ। ਮੈਨੂੰ ਨਸ਼ੇ 'ਚ ਮੈਨੂੰ ਕੁਛ ਵੀ ਨਹੀਂ ਸੀ ਪਤਾ ਚੱਲਦਾ ਕਿ ਕਿੰਨੇ ਕੰਮ ਬੰਦੇ ਮੇਰੇ ਨਾਲ ਗੰਦੇ ਕੰਮ ਕਰਦੇ ਆ, ਕਿੰਨੇ ਕੰਮ ਨਹੀਂ ਗੰਦੇ ਕਰਦੇ। ਉਦੋਂ ਬਾਅਦ 'ਚ 2 ਮਹੀਨਿਆਂ ਬਾਅਦ 2 ਮਹੀਨੇ ਹੋ ਗਏ ਸੀ। ਮੈਂ ਉੱਥੋਂ ਆਪਦਾ ਭੱਜਣ ਦੀ ਵੀ ਕੋਸ਼ਿਸ਼ ਕੀਤੀ, ਪਰ ਟੈਂਪੂ ਵਾਲੇ ਨੇ ਮੈਨੂੰ ਉੱਥੇ ਫੇਰ ਤਾਰਤਾ ਜਿੱਥੋਂ ਮੈਂ ਭੱਜ ਕੇ ਆਈ ਸੀ। ਉਹਨਾਂ ਤੋਂ ਪੈਸੇ ਲੈ ਕੇ ਉੱਥੇ ਮੈਨੂੰ ਫੇਰ ਤਾਰਤਾ। ਉੱਥੇ ਕਈ ਲੜਕੀਆਂ ਗਈਆਂ ਜੀ। ਮੈਂ ਜੇ ਨਹੀਂ ਕਰਦੀ ਸੀ ਜੀ, ਫਿਰ ਮੈਨੂੰ ਬੈਲਟਾਂ ਨਾਲ ਕੱਟਦੇ ਸੀ, ਧੱਕੇ ਨਾਲ ਮੈਨੂੰ ਨਸ਼ਾ ਕਰਵਾਉਂਦੇ ਸੀ ਜੀ। ਟਰਾਮਾਡੋਲ ਦੀਆਂ ਗੋਲੀਆਂ ਖਵਾਉਂਦੇ ਸੀ, ਬੀਅਰ, ਗਾਂਜਾ, ਦਾਰੂ ਸਾਰਾ ਕੁਛ ਖਵਾਉਣ ਲਾਤਾ ਜੀ। ਹੁਣ ਮੈਨੂੰ ਜੀ ਕਈ ਦਿਨਾਂ ਦੀ ਤੋੜ ਵੀ ਬਹੁਤ ਲੱਗ ਰਹੀ ਹੈ ਜੀ। ਦੱਸਿਆ ਸੀ ਪੁਲਿਸ ਵਾਲਿਆਂ ਨੂੰ ਵੀ ਦੱਸਿਆ ਸੀ। ਪੁਲਿਸ ਵਾਲੇ ਪੈਸੇ ਆਪ ਖੁਦ ਲੈ ਕੇ ਜਾਂਦੇ ਸੀ ਜੀ। ਜੋਤੀ ਮੈਡਮ ਸਿਟੀ ਥਾਣੇ 'ਚ ਜੀ, ਉਹਦੇ 'ਚ ਅਰਬਨ ਸਟੇਟ 'ਚ ਜੀ, ਸਿਟੀ 2 'ਚ ਰਹਿੰਦੀ ਹੈ ਜੀ। ਉਹ ਉੱਥੇ ਹੋਰ ਵੀ ਮੁਲਾਜ਼ਮ ਆ ਜੀ, ਉਹਨਾਂ ਦਾ ਨਾਂ ਨਹੀਂ ਮੈਨੂੰ ਪਤਾ ਜੀ। ਬਸ ਮੈਂ ਇਹ ਮੰਗ ਚਾਹੁੰਦੀ ਹਾਂ ਕਿ ਮੇਰੇ ਨੂੰ ਇਨਸਾਫ ਮਿਲੇ। ਪੀੜਤ ਲੜਕੀ ਵੱਲੋਂ ਜਿਵੇਂ ਕਿਵੇਂ ਫੋਨ ਕਾਲ ਰਾਹੀਂ ਇਹ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ ਗਈ ਤਾਂ ਪਰਿਵਾਰ ਦੀ ਮਦਦ ਲਈ 2 ਸਮਾਜ ਸੇਵੀ ਔਰਤਾਂ ਅੱਗੇ ਆਈਆਂ, ਜਿਨ੍ਹਾਂ ਨੇ ਬੜੀ ਜਹਿਦ ਦੇ ਬਾਅਦ ਪੀੜਤ ਲੜਕੀ ਨੂੰ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ ਤੇ ਉਸ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ। ਪਟਿਆਲੇ ਗਈ ਜੀ ਬਾਜਵਾ ਕਲੋਨੀ ਦੇ ਵਿੱਚ, ਜਿੱਥੇ ਕਿ ਉਹ ਔਰਤ ਉਸ ਟਾਈਮ ਹੈ ਨਹੀਂ ਸੀਗੀ, ਮਕਾਨ ਖਾਲੀ ਸੀਗਾ। ਅਸੀਂ ਆਸ ਪੜੋਸ ਤੋਂ ਪੁੱਛਿਆ ਸਰ, ਮਤਲਬ ਗੁਆਂਢੀਆਂ ਨੇ ਕੁਝ ਦੱਸਣਾ ਨਹੀਂ ਚਾਹਿਆ। ਫਿਰ ਆਦਮੀ ਨੇ ਦੱਸਿਆ ਵੀ ਇਹ ਸ਼ਨੀਵਾਰ ਤੇ ਐਤਵਾਰ ਆਉਂਦੀ ਆ, ਉਹ ਵੀ ਇਹ ਚੰਡੀਗੜ੍ਹ ਚਰਚ ਦੇ ਵਿੱਚ ਬਾਉਂਸਰ ਹੈਗੀ, ਵੀ ਉੱਥੇ ਇਹ ਜਾਂਦੀ ਹੈਗੀ, ਠੀਕ ਹੈ। ਤੇ ਫਿਰ ਸਰ ਉਹ ਕਹਿੰਦੇ ਵੀ ਮਤਲਬ ਬਾਕੀ ਸਾਰੇ ਦਿਨ ਇਹ ਬਾਹਰ ਹੀ ਰਹਿੰਦੀ ਹੈਗੀ। ਬਾਕੀ ਲੜਕੀ ਨੇ ਦੱਸ ਹੀ ਦਿੱਤਾ ਵੀ ਕੋਈ ਹਰਿਆਣਾ ਦੇ ਵਿੱਚ ਜਿਹੜਾ ਪਿੰਡ ਹੈਗਾ ਉੱਥੋਂ ਮਤਲਬ ਗਲਤ ਧੰਦਾ ਕਾਫੀ ਵੱਡਾ ਰੈਕਟ ਹੈ ਜੀ। ਤੇ ਮੈਨੂੰ ਉੱਥੋਂ ਦੇ ਮੁਲਾਜ਼ਮ ਨੇ, ਕਿਰਨਾ ਕੌਰ ਨੇ ਜੀ, ਜਿਸ ਦਿਨ ਅਸੀਂ ਬੇਟੀ ਨੂੰ ਛੁਡਵਾ ਕੇ ਲੈ ਕੇ ਆਏ ਉਹਦੇ ਚੁੰਗਲ 'ਚੋਂ, ਬਹੁਤ ਮਤਲਬ ਸਾਨੂੰ ਪਤਾ ਵੀ ਅਸੀਂ ਕਿਵੇਂ ਬੇਟੀ ਨੂੰ ਕਢਵਾ ਕੇ ਲੈ ਕੇ ਆਏ ਹਾਂ। ਤੇ ਉਸ ਥਾਣੇਦਾਰ ਨੇ ਮੈਨੂੰ ਧਮਕੀ ਦਿੱਤੀ ਵੀ ਤੂੰ ਇੱਥੇ ਕੁੱਟਮਾਰ ਕਰਕੇ ਗਈ ਹਾਂ। ਅਸੀਂ ਕੋਈ ਕੁੱਟਮਾਰ ਨਹੀਂ ਕੀਤੀ ਜੀ, ਅਸੀਂ ਆਪਦੀ ਬੇਟੀ ਨੂੰ ਲੈ ਕੇ। ਇਹਨਾਂ ਦੀ ਬੇਟੀ 16 ਸਾਲ ਦੀ ਹੈਗੀ, ਮਤਲਬ ਕਾਗਜ਼ਾਂ ਦੇ ਬਾਅਦ ਪਤਾ ਲੱਗਿਆ ਕਿ 15 ਸਾਲ ਦੀ ਹੈ ਬੇਟੀ। ਤੇ ਜਦੋਂ ਅਸੀਂ ਉੱਥੋਂ ਕਢਵਾ ਕੇ ਲਿਆਏ ਜੀ, ਤੇ ਮਤਲਬ ਥਾਣੇਦਾਰ ਮੈਨੂੰ ਕਹਿੰਦਾ ਤੂੰ ਆਪਦੇ ਆਪ ਬਿਆਨ ਦੇਣ ਆਏਗੀ ਕਿ ਤੇਰਾ ਮੈਂ ਪਰਵਾਨਾ ਕੱਟ ਕੇ ਭੇਜਾਂ। ਉਹਨਾਂ ਨੇ ਮੈਨੂੰ ਹਾਂਜੀ, ਇਹ ਮੈਨੂੰ ਧਮਕੀ ਦਿੱਤੀ ਹੈ ਜੀ ਉਹਨਾਂ ਨੇ। ਮੈਂ ਆਖਿਆ ਜੀ ਮੈਂ ਨਹੀਂ ਆ ਸਕਦੀ, ਬੇਟੀ ਦੀ ਡਾਕਟਰੀ ਹੁੰਦੀ ਆ। ਕਹਿੰਦਾ ਫਿਰ ਤੈਨੂੰ ਚੱਕ ਕੇ ਲੈ ਜਾਵਾਂਗੇ। ਮੇਰੇ ਕੋਲ ਬਕਾਇਦਾ ਰਿਕਾਰਡਿੰਗ ਵੀ ਹੈਗੀ ਹੈ ਜੀ। ਨਹੀਂ, ਕੋਈ ਅੱਗੇ ਨਹੀਂ ਆਇਆ ਜੀ। ਅਸੀਂ ਮਤਲਬ ਮੇਰੇ ਵੀ ਬੱਚੇ ਆ, ਮੇਰੀਆਂ ਬੇਟੀਆਂ ਜੀ, ਸਾਨੂੰ ਵੀ ਖਤਰਾ ਗਾ ਵੀ ਇਹਨਾਂ ਦਾ ਕਾਫੀ ਗੈਂਗ ਆ ਜੀ। ਅਸੀਂ ਬਹੁਤ ਮੁਸ਼ਕਲ ਦੇ ਨਾਲ ਉੱਥੋਂ ਇੱਕ ਗਰੀਬ ਪਰਿਵਾਰ ਦੀ ਬੱਚੀ ਨੂੰ, ਇੱਕ ਗਰੀਬ ਪਰਿਵਾਰ ਹੋਣ ਕਰਕੇ ਮਦਦ ਕੀਤੀ ਹੈਗੀ ਵੀ ਚਲੋ ਇਹਨਾਂ ਨੂੰ ਕਿਤੋਂ ਇਨਸਾਫ ਨਹੀਂ ਮਿਲਿਆ, ਕਿਸੇ ਥਾਣੇ ਦੇ ਵਿੱਚੋਂ ਇਨਸਾਫ ਨਹੀਂ ਮਿਲਿਆ ਜੀ। ਅਸੀਂ ਸਾਰੇ ਦਰਵਾਜ਼ੇ ਇਹਨਾਂ ਦੇ, ਮੈਂ ਅਕਸਰ ਨਾਲ ਜਾਂਦੀ ਰਹੀ ਹਾਂ ਜੀ, ਖੜਕਾਏ ਆ। ਫਿਰ ਅਸੀਂ ਆਪ ਹਿੰਮਤ ਕੀਤੀ ਦੋਨਾਂ ਲੇਡੀਜ਼ ਨੇ ਵੀ ਇਹਨਾਂ ਦੀ ਬੇਟੀ ਹੈ ਕਿ ਵੀ ਆਪਾਂ ਉਹਨੂੰ ਜ਼ਰੂਰ ਕਢਾਉਣਾ ਕਰਨਾ, ਕਿਉਂਕਿ ਮੇਰੇ ਵੀ 2 ਬੇਟੀਆਂ ਜੀ। ਮੈਂ ਜੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੂੰ ਇਹੀ ਬੇਨਤੀ ਕਰਦੀ ਹਾਂ ਵੀ ਇਹ ਬਹੁਤ ਗਰੀਬ ਪਰਿਵਾਰ ਆ ਗਈ, ਇਹਨਾਂ ਦੀ ਗਰੀਬੀ ਦਾ ਨਜਾਇਜ਼ ਫਾਇਦਾ ਕਿਸੇ ਨੇ ਚੱਕਿਆ। ਕਿਰਨਾ ਨਾਂ ਦੀ ਔਰਤ ਨੇ, ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਜਿਹੜੀਆਂ ਹੋਰ ਵੀ ਲੜਕੀਆਂ ਦਾ ਹੈਗੀਆਂ ਉੱਥੇ,
ਉਹਨਾਂ ਨੂੰ ਵੀ ਛਡਾਇਆ ਜਾਵੇ। ਇਸ ਪੂਰੇ ਮਾਮਲੇ ਦਾ ਪਤਾ ਚੱਲਦਿਆਂ ਹੀ ਡੀਐਸਪੀ ਤਪਾ ਗੁਰਵਿੰਦਰ ਸਿੰਘ ਨੇ ਵਿਸ਼ੇਸ਼ ਟੀਮਾਂ ਰਾਹੀਂ ਆਰੋਪੀ ਔਰਤ ਨੂੰ ਕਾਬੂ ਕੀਤਾ ਤੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਡੀਐਸਪੀ ਗੁਰਵਿੰਦਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ 'ਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਿਤੀ 6/5/22 ਨੂੰ ਥਾਣੇ ਭਦੌੜ ਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਵਾਸੀ ਭਦੌੜ ਤਪੇ ਸਿਵਲ ਹਸਪਤਾਲ 'ਚ ਦਾਖਲ ਆ ਤੇ ਐਸਆਈ ਸੁਖਵਿੰਦਰ ਕੌਰ ਐਸਆਈ ਨੇ ਪਹੁੰਚ ਕੇ ਮੌਕੇ ਤੇ ਹਸਪਤਾਲ 'ਚ ਉਹਦੇ ਬਿਆਨ ਦੇਣ ਦੇ ਫਿੱਟ ਲਿਖ ਕੇ ਡਾਕਟਰ ਤੋਂ ਉਹਦੇ ਬਿਆਨ ਲਿਖੇ, ਜਿਹੜੇ ਬਿਆਨ ਤੋਂ ਉਹਨੇ ਦੱਸਿਆ ਕਿਰਨਾ ਨਾਂ ਦੀ ਲੜਕੀ ਜਨਾਨੀ ਜਿਹੜੀ ਕਿ ਪਟਿਆਲੇ ਰਹਿੰਦੀ ਹੈ, ਉਹ ਉਹਨੂੰ ਲੈ ਗਈ ਸੀ ਬੁਲਾ ਕੇ ਤੇ ਉਹਨੇ ਉਹਦੇ ਕੋਲ ਗਲਤ ਕੰਮ ਕਰਾਉਂਦੀ ਰਹੀ। ਉਹਦੇ ਨਾਲ ਨਾਮਲੂਮ ਵਿਅਕਤੀ ਰੇਪ ਕਰਦੇ ਰਹੇ, ਜਿਸ ਦਾ ਅਸੀਂ ਉਹਦੇ ਬਿਆਨ ਤੇ ਮੁਕੱਦਮਾ ਨੰਬਰ 26/6/22 ਅੰਡਰ ਸੈਕਸ਼ਨ 376D 365 120B ਪਾਸਕੋ ਐਕਟ ਦੀ ਧਾਰਾ ਲਾ ਕੇ ਪਰਚਾ ਦਰਜ ਕਰਤਾ ਤੇ ਕੱਲ ਸ਼ਾਮ ਨੂੰ ਏਐਸਆਈ ਜਗਤਾਰ ਸਿੰਘ ਨੇ ਕਿਰਨਾ ਉਰਫ ਪ੍ਰੀਤ ਨੂੰ ਅਰੈਸਟ ਕਰ ਲਿਆ। ਤੋਂ ਪੁਲਿਸ ਰਿਮਾਂਡ ਤੇ ਸਾਡੇ ਕੋਲ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ। ਉਹਦੀ ਹੋਰ ਪ੍ਰੋਸੈਸ ਚੱਲ ਰਹੀ, ਇੰਟਰੋਗੇਸ਼ਨ ਜੋ ਵੀ ਉਹ ਦੱਸੂਗੀ ਕਿਹੜੇ ਮੁਲਜ਼ਮਾਂ ਨੇ ਉਹਦੇ ਨਾਲ ਲੜਕੀ ਨਾਲ ਰੇਪ ਕੀਤਾ, ਸਾਰੇ ਅਰੈਸਟ ਕੀਤੇ ਜਾਣਗੇ। ਤਪਾ ਮੰਡੀ ਤੋਂ ਧਰਮਿੰਦਰ ਧਾਲੀਵਾਲ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਬਠਿੰਡਾ ਦੀ ਬੀੜ ਤਲਾਬ ਬਸਤੀ ਨੰਬਰ 2 ਵਿੱਚ ਨਸ਼ਾ ਤਸਕਰੀ ਧੜੱਲੇ ਨਾਲ ਚੱਲ ਰਹੀ ਹੈ, ਜਿਸ ਮਾਮਲੇ 'ਚ ਪੁਲਿਸ ਵੱਲੋਂ ਠੋਸ ਕਾਰਵਾਈ ਨਾ ਕੀਤੇ ਜਾਣ ਦੇ ਰੋਸ 'ਚ ਹੁਣ ਲੋਕ ਖੁਦ ਸੜਕਾਂ ਤੇ ਉਤਰ ਆਏ ਹਨ। ਵੇਖਦੇ ਹਾਂ ਇੱਕ ਰਿਪੋਰਟ। ਬਠਿੰਡਾ ਦੀ ਬੀੜ ਤਲਾਬ ਬਸਤੀ ਨੰਬਰ 2 'ਚ ਨਸ਼ਾ ਤਸਕਰੀ ਧੜੱਲੇ ਨਾਲ ਚੱਲ ਰਹੀ ਹੈ, ਜਿਸ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ 'ਚ ਲੋਕ ਹੁਣ ਆਪਣੇ ਪੱਧਰ ਤੇ ਇਕੱਠੇ ਹੋ ਕੇ ਨਸ਼ਿਆਂ ਦੇ ਖਿਲਾਫ ਸੜਕਾਂ ਤੇ ਆ ਗਏ ਹਨ। ਇੱਥੇ ਪਿੰਡ ਵਾਸੀਆਂ ਦੇ ਇਲਜ਼ਾਮ ਹਨ ਕਿ ਇੱਥੇ ਸ਼ਰੇਆਮ ਨਸ਼ਾ ਵਿਕ ਰਿਹਾ, ਜਿਸ ਕਰਕੇ 18 ਸਾਲ ਦੀ ਉਮਰ ਤੋਂ ਲੈ ਕੇ ਬੱਚੇ ਨਸ਼ੇ ਦੇ ਆਦੀ ਹੋ ਚੁੱਕੇ ਹਨ, ਜਿਸ ਬਾਰੇ ਉਹਨਾਂ ਵੱਲੋਂ ਐਸਐਸਪੀ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਲਈ ਹੁਣ ਉਹ ਖੁਦ ਆਰੋਪੀ ਨਸ਼ਾ ਤਸਕਰਾਂ ਦੇ ਘਰੇ ਜਾ ਕੇ ਚੇਤਾਵਨੀ ਦੇ ਰਹੇ ਹਨ ਕਿ ਉਹ ਇਹ ਕੰਮ ਛੱਡ ਦੇਣ। ਜੀ ਅਸੀਂ ਅੱਜ ਸਾਰੇ ਤਾਂ ਇਸ ਲਈ ਇਕੱਠੇ ਹੋਏ ਹਾਂ ਕਿਉਂਕਿ ਜਿਹੜੇ ਵੇਚ ਰਹੇ ਨੇ ਉਹਨਾਂ ਦੇ ਘਰ ਇੱਕ ਵਾਰੀ ਤਲਾਹ ਦੇ ਰਹੇ ਹਾਂ, ਅਸੀਂ ਸਾਰੇ ਇਕੱਠੇ ਹੋ ਕੇ ਜਾ ਰਹੇ ਹਾਂ ਉਹਨਾਂ ਦੇ ਘਰਾਂ ਦੇ ਵਿੱਚ, ਫਿਰ ਅੱਗੇ ਤੋਂ ਵੀ ਇਹ ਕਾਰਵਾਈ ਸ਼ੁਰੂ ਕਰ ਦਾਂਗੇ। ਵੀ ਜੋ ਕੀ ਵੇਚ ਰਹੇ ਨੇ? ਚਿੱਟਾ। ਮੇਨ ਸਾਡਾ ਰੀਜ਼ਨ ਇਹ ਪਿੰਡ ਦੇ ਵਿੱਚ ਕੱਟ ਕਰਨ ਦਾ ਵੀ ਚਿੱਟੇ ਨੂੰ ਜੜ ਤੋਂ ਹੀ ਖਤਮ ਕੀਤਾ ਜਾਵੇ। ਜੀ ਹੁਣ ਕਾਫੀ ਪੀ ਰਹੇ ਨੇ ਪਿੰਡ ਦੇ ਵਿੱਚੋਂ ਹੀ, ਕਾਫੀ ਹੈਗੇ ਨੇ ਜਿਹੜੇ ਜੰਗ ਹੈਗੇ ਨੇ ਉਹ ਹੀ ਸਾਰੇ ਪੀ ਰਹੇ ਨੇ ਤੇ ਨਾ ਕਿ ਲੇਡੀਜ਼ ਬਹੁਤ ਹੀ ਤੰਗ ਨੇ, ਉਹਨਾਂ ਦੇ 1 ਸਾਲ ਦੇ ਬੱਚੇ ਨੇ। ਅੱਜ ਤੱਕ ਕਿਸੇ ਵੀ ਪ੍ਰਸ਼ਾਸਨ ਨੇ ਕੋਈ ਹੈਲਪ ਨਹੀਂ ਕੀਤੀ ਬੀੜ ਤਲਾਬ ਦੇ ਵਿੱਚ, ਵੀ ਬਹੁਤ ਹੀ ਟਾਈਮ ਹੋ ਗਿਆ। ਇਹਨਾਂ ਨੇ ਪੇਸ਼ ਵੀ ਹੋਏ ਨੇ ਐਸਐਸਪੀ ਦੇ ਸਾਹਮਣੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਅਸੀਂ ਫੜਾਂਗੇ ਮੌਕੇ ਤੇ, ਉਹਦੇ ਮੁੰਡੇ ਨੂੰ ਪੁੱਛਾਂਗੇ, ਜੇ ਨਾਮ ਮੰਨੇ ਫਿਰ ਪੁਲਿਸ ਦੇ ਹਵਾਲੇ ਕਰਾਂਗੇ। ਸਾਰਿਆਂ ਨੂੰ ਪਤਾ ਹੈ ਕੌਣ ਵੇਚਦਾ ਹੈ, ਹੁਣ ਡਰਦੇ ਆ ਵੀ ਲੜਾਈ ਹੋਏਗੀ। ਹੁਣ ਸੌਦਾ ਲੈਣ ਜਾਣਾ ਬਾਜ਼ਾਰ ਚੋਂ, ਰੱਬ ਨਾ ਕਰੇ ਔਰਤਾਂ ਦਾ ਬੰਦਾ ਹੋਵੇ ਕੋਈ ਗੱਲ ਪੈ ਜਾਈਏ, ਰਾਹ 'ਚ ਸੱਟ ਮਾਰਦੇ, ਕੌਣ ਜ਼ਿੰਮੇਵਾਰ? ਸਾਰੇ ਹਮ ਚੱਲੇ ਆ, ਸਾਰਿਆਂ ਨੂੰ ਵਾਰਨਿੰਗ ਦਿੰਦੇ ਵੀ ਜੇ ਜਿਹੜਾ ਕੁਝ ਕਰ ਲਿਆ ਅੱਜ ਤੋਂ ਲੈ ਕੇ ਕੋਈ ਗਲਤ ਕੰਮ ਕਰੂਗਾ ਉਹਦਾ ਪਿੰਡ ਵਿਰੋਧ ਕਰੂਗਾ। ਤੇ ਦੂਜੇ ਪਾਸੇ ਜਦੋਂ ਪੁਲਿਸ ਜਾਂਚ ਅਧਿਕਾਰੀ ਤੋਂ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਹਰ ਵਾਰ ਦੀ ਤਰ੍ਹਾਂ ਪੁਲਿਸ ਦਾ ਉਹੀ ਕਾਰਵਾਈ ਕਰਨ ਦਾ ਰਟਿਆ ਰਟਾਇਆ ਜਵਾਬ ਸੁਣਨ ਨੂੰ ਮਿਲਿਆ। ਕੁਲ ਜੀ ਅਸੀਂ ਤਾਂ ਪੁਲਿਸ ਜਿਹੜੀ ਹੈਗੀ ਆਪਦੀ ਕਾਰਵਾਈ ਕਰ ਰਹੀ ਹੈ। ਅਸੀਂ ਕੁਝ ਪਰਚੇ ਵੀ ਦੇ ਚੁੱਕੇ ਹਾਂ ਇੱਥੇ ਬੰਦਿਆਂ ਤੇ, ਪ੍ਰੋਪਰ ਰੇਡਸ ਕਰਦੇ ਹਾਂ ਅਸੀਂ, ਮਾਰਨਿੰਗ ਟਾਈਮ ਰੇਡ ਹੁੰਦੀਆਂ ਨੇ, ਨਾਕਾਬੰਦੀ ਸਪੈਸ਼ਲ ਕਰਦੇ ਹਾਂ ਅਸੀਂ। ਕੁਝ ਪਿੰਡ ਦੇ ਬੰਦੇ ਜਿਹੜੇ ਆ ਬਲਵਿੰਦਰ ਸਿੰਘ ਖੜੇ ਆ, ਅਸੀਂ ਨਾਕਾਬੰਦੀ ਕਰਦੇ ਆ, ਪ੍ਰੋਪਰ ਪਿੰਡ ਦੇ ਆਸੇ-ਪਾਸੇ ਨਾਕਾਬੰਦੀ ਹੁੰਦੀ ਹੈ ਇਹਨਾਂ ਦੇ ਸਪੈਸ਼ਲ। ਪੁਲਿਸ ਤਾਂ ਆਪਣੀ ਪੂਰਾ ਜ਼ੋਰ ਲਾ ਰਹੀ ਹੈ ਨਸ਼ੇ ਨੂੰ ਖਤਮ। ਅਸੀਂ ਇਹਨਾਂ ਜੇ ਸਾਡੇ ਇੱਕ ਕਮੇਟੀ ਬਣਾਉਣਗੇ, ਮੈਂ ਇਹਨਾਂ ਨਾਲ ਗੱਲ ਕੀਤੀ ਹੈ, ਕਮੇਟੀ ਬਣਾ ਰਹੇ ਨੇ, ਉਹ ਜੇ ਮਾੜਾ ਬੰਦਾ ਇਹਨਾਂ ਨੂੰ ਪਰੇਸ਼ਾਨ ਕਰੂਗਾ ਤਾਂ ਅਸੀਂ ਪੁੱਛਾਂ ਨਹੀਂ। ਮੈਂ ਇੱਥੇ ਨਵਾਂ ਹੀ ਜੁਆਇਨ ਕੀਤਾ, ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪੁਲਿਸ ਇਹਨਾਂ ਲਈ ਅਵੇਲੇਬਲ ਹੈ ਹਰ ਟਾਈਮ। ਉਸ ਤੋਂ ਸਵੇਰੇ ਜਿਹੜੇ ਬੰਦਿਆਂ ਦੇ ਉੱਤੇ ਕੋਈ ਜੋ ਮਾੜੇ ਅਨਸਰ ਆ, ਜਿਨ੍ਹਾਂ ਤੇ ਕੋਈ ਸ਼ੱਕ ਆ, ਅਸੀਂ ਮਾਰਨਿੰਗ ਟਾਈਮ ਡੇਲੀ ਰੇਡਸ ਹੁੰਦੀਆਂ ਨੇ। ਕੈਮਰਾਮੈਨ ਪ੍ਰਿਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਗਰਮੀ ਵਧਣ ਕਾਰਨ ਜਿੱਥੇ ਕਣਕ ਦੇ ਝਾੜ ਦਾ ਨੁਕਸਾਨ ਹੋਇਆ, ਉੱਥੇ ਹੀ ਸਬਜ਼ੀਆਂ ਦੀ ਕਾਸ਼ਤ ਵੀ ਬੇहद ਪ੍ਰਭਾਵਿਤ ਹੋਈ ਹੈ। ਇਸੇ ਨਾਲ ਜੁੜੀ ਖਬਰ ਫਰੀਦਕੋਟ ਤੋਂ ਹੈ, ਜਿੱਥੇ ਟਮਾਟਰ ਉਤਪਾਦਕ ਕਿਸਾਨ ਇਸ ਵੇਲੇ ਚਿੰਤਾ 'ਚ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ। ਵੇਖਦੇ ਹਾਂ ਪੂਰੀ ਖਬਰ। ਇਸ ਵਾਰ ਗਰਮੀ ਜ਼ਿਆਦਾ ਹੋਣ ਕਾਰਨ ਜਿੱਥੇ ਕਣਕ ਦਾ ਝਾੜ ਘਟਿਆ, ਉੱਥੇ ਹੀ ਸਬਜ਼ੀਆਂ ਦੇ ਝਾੜ ਤੇ ਵੀ ਇਸ ਦਾ ਬੁਰਾ ਅਸਰ ਪਿਆ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਨੂੰ ਹਰੀਆਂ ਸਬਜ਼ੀਆਂ ਦਾ ਗੜ ਮੰਨਿਆ ਜਾਂਦਾ ਹੈ ਤੇ ਹਰ ਸਾਲ ਇਸ ਪਿੰਡ ਵਿੱਚ ਲਗਭਗ 1300 ਏਕੜ ਰਕਬੇ ਤੇ ਸਬਜ਼ੀਆਂ ਬੀਜੀਆਂ ਜਾਂਦੀਆਂ ਹਨ। ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਜ਼ਿਆਦਾਤਰ ਕਿਸਾਨ
ਬੇਜ਼ਮੀਨੇ ਲੋਕ ਹਨ ਜੋ ਠੇਕੇ ਤੇ ਜ਼ਮੀਨਾਂ ਲੈ ਕੇ ਇਸ ਕਿੱਤੇ ਨੂੰ ਅੱਗੇ ਵਧਾ ਰਹੇ ਹਨ। ਬੀਤੇ ਕੁਝ ਸਾਲਾਂ ਤੋਂ ਇਹਨਾਂ ਕਿਸਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੀਤੇ 2 ਸਾਲਾਂ ਦੌਰਾਨ ਇਹਨਾਂ ਦੀਆਂ ਫਸਲਾਂ ਦਾ ਝਾੜ ਤਾਂ ਚੰਗਾ ਨਿਕਲਿਆ, ਪਰ ਕਰੋਨਾ ਦੇ ਚੱਲਦਿਆਂ ਖਰੀਦਦਾਰ ਨਾ ਹੋਣ ਕਾਰਨ ਇਹਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ ਤੇ ਇਸ ਵਾਰ ਗਰਮੀ ਜ਼ਿਆਦਾ ਹੋਣ ਕਾਰਨ ਸਬਜ਼ੀਆਂ ਦੇ ਝਾੜ ਤੇ ਕਾਫੀ ਅਸਰ ਪਿਆ। ਟਮਾਟਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਮੰਨੀਏ ਤਾਂ ਬੀਤੇ ਵਰਿਆਂ 'ਚ 1 ਏਕੜ ਜ਼ਮੀਨ ਵਿੱਚੋਂ ਟਮਾਟਰਾਂ ਦੇ 1000 ਕਰੇਟ ਨਿਕਲਦੇ ਸਨ, ਜੋ ਕਿ ਇਸ ਵਾਰ ਘਟ ਕੇ 300 ਤੋਂ 400 ਤੱਕ ਹੀ ਰਹਿ ਗਏ ਹਨ, ਜਿਸ ਨਾਲ ਉਹਨਾਂ ਦੇ ਖਰਚੇ ਵੀ ਪੂਰੇ ਹੁੰਦੇ ਦਿਖਾਈ ਨਹੀਂ ਦੇ ਰਹੇ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਵਾਰ ਟਮਾਟਰ ਦਾ ਰੇਟ ਚੰਗਾ ਮਿਲ ਰਿਹਾ, ਪਰ ਝਾੜ ਘੱਟ ਹੋਣ ਦੇ ਚੱਲਦਿਆਂ ਉਹਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ। ਕਿਸਾਨਾਂ ਨੇ ਮੰਗ ਕੀਤੀ ਕਿ ਟਮਾਟਰ ਸਮੇਤ ਹੋਰ ਸਬਜ਼ੀਆਂ ਦੇ ਮੰਡੀਕਰਨ ਦੀ ਉਹਨਾਂ ਨੂੰ ਸਮੱਸਿਆ ਆ ਰਹੀ ਹੈ, ਜਿਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਆਲੂਆਂ ਦੀ ਤਰਜ਼ ਤੇ ਜ਼ਿਲ੍ਹੇ ਅੰਦਰ ਕੋਈ ਸਟੋਰ ਮੁਹੱਈਆ ਕਰਵਾਏ ਜਾਣ, ਜਿਸ ਨਾਲ ਉਹ ਟਮਾਟਰ ਜਾਂ ਫਿਰ ਹੋਰ ਸਬਜ਼ੀਆਂ ਨੂੰ ਸਟੋਰ ਕਰ ਸਕਣ ਤੇ ਭਾਅ ਵਧਣ ਤੇ ਵੇਚਣ। ਸਾਡੇ ਬਜ਼ੁਰਗ ਪਹਿਲਾਂ ਕਰਦੇ ਹੁੰਦੇ ਸੀ, ਉਸ ਤੋਂ ਬਾਅਦ ਅਸੀਂ ਇਹ ਸਬਜ਼ੀਆਂ ਦੀ ਕਾਸ਼ਤ ਜਿਹੜੀ ਉਹ ਕਰਨ ਲੱਗ ਗਏ ਆ। ਠੇਕੇ ਤੇ ਜ਼ਮੀਨਾਂ ਲੈ ਕੇ ਸਾਡੀਆਂ ਆਪਦੀਆਂ ਖੁਦ ਦੀਆਂ ਜ਼ਮੀਨਾਂ ਤਾਂ ਨਹੀਂ ਗਈਆਂ ਤੇ ਮਹਿੰਗੇ ਠੇਕੇ ਤੇ ਜ਼ਮੀਨਾਂ ਲੈ ਕੇ ਫਿਰ ਇਹ ਸਬਜ਼ੀਆਂ ਦੀ ਕਾਸ਼ਤ ਕਰਦੇ ਆ। ਗੋਭੀ ਲਾਉਣੇ ਆ, ਉਸ ਤੋਂ ਬਾਅਦ ਗੋਭੀ ਤੋਂ ਬਾਅਦ ਜਿਹੜੇ ਕਿ ਟਮਾਟਰਾਂ ਦੀ ਆ ਵੇਖ ਹੀ ਰਹੇ ਹੋ ਤੁਸੀਂ ਖੇਤੀ ਕੀਤੀ ਆ। ਸਾਡੇ ਪਿੰਡ 'ਚ ਰਕਬਾ ਤਕਰੀਬਨ ਜੀ 1200-1300 ਏਕੜ ਜਿਹੜਾ ਕਿ ਟਮਾਟਰਾਂ ਦੀ ਖੇਤੀ ਲੱਗੀ ਹੋਈ ਹੈ, ਜਿਸ ਦੇ ਵਿੱਚ 300-400 ਏਕੜ ਜ਼ਿਮੀਂਦਾਰ ਖੁਦ ਜਿਹਦੀ ਜ਼ਮੀਨ ਆਪਦੀ ਹੈ ਉਹਨੇ ਬੀਜਿਆ ਹੋਇਆ ਤੇ ਬਾਕੀ ਜਿਹੜਾ 800-900 ਏਕੜ ਹੈ ਉਹ ਠੇਕੇ ਤੇ ਹੀ ਹੈ। ਜਿਹੜਾ ਠੇਕਾ ਉਹ ਤਕਰੀਬਨ 90,000 ਰੁਪਏ ਪ੍ਰਤੀ ਏਕੜ ਦਾ ਠੇਕਾ, ਕਿਸੇ ਦਾ 85,000 92,000। ਟਮਾਟਰਾਂ ਦੀ ਜਿਹੜੀ ਸਭ ਤੋਂ ਪਹਿਲੀ ਸਮੱਸਿਆ ਇਹ ਆਈ ਕਿ ਟਮਾਟਰ ਲੱਗੇ ਬਹੁਤ ਘੱਟ। ਜਿਸ ਤਰ੍ਹਾਂ ਕਣਕਾਂ ਦੇ ਝਾੜ ਘਟਿਆ ਤੇ ਕਣਕਾਂ ਦੇ ਝਾੜ ਨੂੰ ਤਾਂ ਹੋ ਸਕਦਾ ਮੁਆਵਜ਼ਾ ਆ ਜੇ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਸਹੂਲਤ ਵੀ ਮਿਲ ਜੇ, ਜਾਂ ਜ਼ਿਮੀਂਦਾਰ ਦੇ ਖੁਦ ਆਪਣੇ ਖੇਤਾਂ ਵਿੱਚ ਬਿਜਾਈ ਕੀਤੀ ਹੈ ਜੇ ਥੋੜੀ ਬਹੁਤੀ ਘੱਟ ਹੋ ਜੂ ਤਾਂ ਵੀ, ਘੱਟ ਹੋਣੀ ਤਾਂ ਨਹੀਂ ਚਾਹੀਦੀ ਅਸੀਂ ਨਹੀਂ ਕਹਿੰਦੇਗੇ, ਲੇਕਿਨ ਪਰ ਹੋ ਜੂਗੀ ਤਾਂ ਵੀ ਚੱਲ ਜੂਗਾ, ਕਿਉਂਕਿ ਉਸਨੇ ਕਿਹੜਾ ਠੇਕਾ ਦੇਣਾ। ਅਸੀਂ ਠੇਕਾ ਦੇਣਾ, ਜੇ ਸਾਡੇ ਖੇਤਾਂ ਦੇ ਵਿੱਚ ਫਸਲ ਘੱਟ ਨਿਕਲਦੀ ਹੈ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਭਰਪਾਈ ਉਹਦੀ ਕਰਨੀ ਪੈਂਦੀ ਹੈ। ਪੈਦਾਵਾਰ ਤਾਂ ਪਿਛਲੇ ਸਾਲ ਦੇ ਮੁਕਾਬਲੇ ਮੰਨ ਲਓ ਪਿਛਲੇ ਸਾਲ 900 ਤੋਂ 1000 ਕਰੇਟ ਆਪਣਾ 1 ਏਕੜ ਦੇ ਵਿੱਚੋਂ ਨਿਕਲਿਆ ਸੀ, ਇਸਕੀ ਜਿਹੜਾ 300 ਕਰੇਟ ਰਹਿ ਗਿਆ ਕਿੱਲੇ ਦਾ। ਮੰਡੀਕਰਨ ਦੀ ਸਮੱਸਿਆ ਬਹੁਤ ਜ਼ਿਆਦਾ ਹੀ ਆ ਰਹੀ ਹੈ ਜੀ। ਸਾਡੀ ਸਰਕਾਰ ਅੱਗੇ ਬੇਨਤੀ ਹੈ ਜੀ ਕਿ ਜੋ ਮੰਡੀਕਰਨ ਦਾ ਜ਼ਰੂਰ ਇੱਕ ਤਾਂ ਨੇੜੇ ਪ੍ਰਬੰਧ ਕੀਤਾ ਜਾਵੇ, ਕਿਸੇ ਤਰ੍ਹਾਂ ਦੇ ਕੋਈ ਇਹਨੂੰ ਜਿਸ ਤਰ੍ਹਾਂ ਆਲੂਆਂ ਦੇ ਸਟੋਰ ਹੋ ਜਾਂਦਾ ਇਸੇ ਤਰ੍ਹਾਂ ਹੀ ਕੋਈ ਇਸ ਦਾ ਵੀ ਪ੍ਰਬੰਧ ਕੀਤਾ ਜਾਵੇ, ਜਾਂ ਟਮਾਟਰ ਸਟੋਰ ਕਰ ਸਕੀਏ ਤਾਂ ਜੋ ਜਦੋਂ ਗਾਂ ਰੇਟ ਹੋਵੇ ਰੇਟ ਦੇ ਵਿੱਚ ਅਸੀਂ ਕੋਈ 4 ਪੈਸੇ ਜ਼ਿਆਦਾ ਇਹਦੀ ਕਮਾਈ ਕਰ ਸਕੀਏ। ਸਾਨੂੰ ਫਾਇਦਾ ਹੋਊਗਾ ਜੀ, ਫੇਰ ਹੀ ਪਤਾ ਲੱਗੂਗਾ ਵੀ ਫਾਇਦਾ ਹੋ ਰਿਹਾ। ਹਜੇ ਤਾਂ ਕੋਈ ਫਾਇਦਾ ਨਹੀਂ ਹੋਇਆ, ਹਜੇ ਤੱਕ ਸਾਨੂੰ ਨਾ ਕੋਈ ਮਾਜਵਾ ਮਿਲਿਆ, ਕੁਝ ਵੀ ਨਹੀਂ ਮਿਲਿਆ। ਭਾਵੇਂ ਜਿਵੇਂ ਕਿ ਠੇਕੇ ਤੇ ਜ਼ਮੀਨ ਲੈ ਕੇ ਬੀਜ ਰਹੇ ਆ, ਵੀ ਸਾਨੂੰ ਕਿੰਨਾ ਮਰਜ਼ੀ ਨੁਕਸਾਨ ਹੋ ਗਿਆ, ਜਿਵੇਂ ਪਾਣੀ ਆ ਗਿਆ ਫਸਲ ਦੇ ਵਿੱਚ ਜਾਂ ਫਲੈਸ਼ ਰੋਗ ਪੈ ਗਿਆ, ਝੁਲਸ ਰੋਗ ਪੈ ਗਿਆ, ਕੋਈ ਵੀ ਬਿਮਾਰੀ ਆ ਗਈ ਹੈ ਤਾਂ ਸਾਨੂੰ ਕੋਈ ਮਾਜਵਾ ਨਹੀਂ ਦਿੱਤਾ ਸਰਕਾਰ ਨੇ। ਅੱਜ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਸਾਨੂੰ ਜ਼ਰੂਰ ਕੁਛ ਨਾ ਕੁਛ ਮਾਜਵਾ ਦਿੱਤਾ ਜਾਵੇ। ਜਿਵੇਂ ਫਸਲ ਸਾਡੀ ਹੁਣ ਜਿਵੇਂ 200-250 ਗ੍ਰੇਟ ਲੱਗਿਆ ਵੀ ਨਹੀਂ ਲੱਗਿਆ ਟਮਾਟਰ ਜਿਵੇਂ, ਤਾਂ ਸਾਨੂੰ ਵੀ ਕੁਛ ਨਾ ਕੁਛ ਜ਼ਰੂਰ ਦੇਣਾ ਚਾਹੀਦਾ। ਜਿਵੇਂ ਕਿ ਅਸੀਂ ਠੇਕੇ ਤੇ ਜ਼ਮੀਨ ਲਈ ਹੈ, ਸਾਡੀ ਕਿਹੜੀ ਆਪਦੀ ਜ਼ਮੀਨ ਹੈ, ਅਸੀਂ ਠੇਕਾ ਪੂਰਾ ਕਰਕੇ ਦਿੰਨੇ ਆ, ਫਿਰ ਰੇਹ ਸਪਰੇਅ ਤੇ ਦਿੰਨੇ ਆ, ਉਹਨਾਂ ਚਿਰ ਅਸੀਂ ਕੁਛ ਨਹੀਂ ਕਰ ਸਕਦੇ। ਬੈਨੀਫਿਟ ਇੰਨੀ ਛੇਤੀ ਨਹੀਂ ਮਿਲ ਸਕਦਾ ਕਿਉਂਕਿ ਇਹਨਾਂ ਦਾ ਪਹਿਲਾਂ ਬਹੁਤ ਜ਼ਿਆਦਾ ਠੇਕਾ ਬਹੁਤ ਜ਼ਿਆਦਾ ਪਿਆ ਰਿਹਾ, ਫਸਲ ਨਹੀਂ ਹੋ ਰਹੀ ਤਿਆਰ ਉਨੀ ਜ਼ਿਆਦਾ ਖਾਸ, ਗਰਮੀ ਕਰਕੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਹਿਲਾਂ ਵੀ ਦੱਸ ਚੁੱਕੇ ਤੁਹਾਨੂੰ, ਤੇ ਇਸ ਕਰਕੇ ਇਹਨਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਇੱਥੇ ਇਹਨਾਂ ਨੂੰ ਘੱਟੋ ਘੱਟ ਕਿੱਲੇ ਵਿੱਚ 40-50 ਹਜ਼ਾਰ ਦਾ ਘਾਟਾ ਪਿਆ ਹੋਇਆ। ਇੱਕ ਟਰਾਂਸਪੋਰਟਰ ਨੂੰ ਵੀ ਇਹਦਾ ਟਰਾਂਸਪੋਰਟ ਦਾ ਪੂਰਾ ਨੁਕਸਾਨ ਹੈ, ਜਿਨ੍ਹਾਂ ਦੇ 5-5 ਚੱਕਰ ਲੱਗਦੇ ਉਹਨਾਂ ਦੇ 2-2 ਚੱਕਰ ਲੱਗਦੇ ਪਏ ਆ, ਇਸ ਕਰਕੇ ਟਰਾਂਸਪੋਰਟ ਨੂੰ ਬਹੁਤ ਜ਼ਿਆਦਾ ਘਾਟਾ ਲੱਗਦਾ। ਕਿਸ਼ਤਾਂਦਾਰੀਆਂ ਬਹੁਤ ਔਖੀਆਂ ਹੋਈਆਂ ਪਈਆਂ ਡਰਾਈਵਰਾਂ ਨੂੰ ਵੀ। ਫਰੀਦਕੋਟ ਤੋਂ ਗੁਰਜੀਤ ਰਮਾਣਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਬਠਿੰਡਾ ਖਬਰਨਾਮਾ ਜਿਸ ਦੇ ਨਾਲ ਹੀ ਵੇਲਾ ਹੋ ਚੁੱਕਾ ਬ੍ਰੇਕ ਦਾ, ਬ੍ਰੇਕ ਤੇ ਪਾਰ ਵਿਖਾਵਾਂਗੇ ਬੁਲੇਟਿਨ ਦੀਆਂ ਬਾਕੀ ਖਬਰਾਂ। ਬ੍ਰੇਕ ਤੋਂ ਪਾਰ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਰੁਕ ਕਰਦੇ ਹਾਂ ਬੁਲੇਟਿਨ ਦੀਆਂ ਬਾਕੀ ਖਬਰਾਂ ਦਾ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਬਠਿੰਡਾ ਸਮੇਤ ਮਾਲਵਾ ਖੇਤਰ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਹਲਕਾ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਅਤੇ ਮੰਗ ਕੀਤੀ ਕਿ ਕਿਸਾਨੀ ਮੰਗਾਂ ਨੂੰ ਜਲਦ ਪੂਰਾ ਕੀਤਾ ਜਾਵੇ। ਕਿਸਾਨੀ ਮੋਰਚੇ ਦੌਰਾਨ ਕਿਸਾਨਾਂ ਉੱਪਰ ਦਰਜ ਹੋਏ ਪਰਚੇ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ।
ਇਸੇ ਦੇ ਚੱਲਦਿਆਂ ਸ਼੍ਰੀ ਮੁਕਤਸਰ ਸਾਹਿਬ 'ਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਤੇ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਕਿਸਾਨੀ ਮੋਰਚੇ ਦੌਰਾਨ ਕਿਸਾਨਾਂ ਉੱਪਰ ਹੋਏ ਪਰਚੇ ਰੱਦ ਕੀਤੇ ਜਾਣ, ਜਿਸ ਤੋਂ ਇਲਾਵਾ ਨਹਿਰੀ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਪਿਛਲੀਆਂ ਫਸਲਾਂ ਦੀ ਬਕਾਇਆ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤੇ ਨਾਲ ਹੀ ਝੋਨੇ ਦੀ ਸਿੱਧੀ ਬਿਜਾਈ ਸਰਕਾਰ ਵੱਲੋਂ 20 ਜੂਨ ਤੋਂ ਸ਼ੁਰੂ ਕਰਨ ਦੇ ਨਿਰਦੇਸ਼ਾਂ ਦੇ ਬਾਰੇ ਚੇਤਾਵਨੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਮੰਦੀ ਦੀ ਮਾਰ ਚੱਲ ਰਹੇ ਹਨ ਤੇ ਉਹਨਾਂ ਚੇਤਾਵਨੀ ਦਿੱਤੀ ਕਿ ਉਹ ਝੋਨੇ ਦੀ ਬਿਜਾਈ 10 ਜੂਨ ਤੋਂ ਹੀ ਸ਼ੁਰੂ ਕਰਨਗੇ। ਮੋਦੀ ਸਰਕਾਰ ਨੇ ਜਿਹੜੇ ਕਿਸਾਨ ਅੰਦੋਲਨ ਦੇ ਸੰਬੰਧ ਦੇ ਵਿੱਚ ਸਾਡੇ ਕਿਸਾਨਾਂ ਉੱਪਰ ਪਰਚੇ ਕੀਤੇ ਸੀਗੇ, ਉਹ ਪਰਚੇ ਉਦੋਂ ਮੋਦੀ ਨੇ ਕਹਿਤਾ ਸੀਗਾ ਵੀ ਇਹ ਕੇਸ ਜਿਹੜੇ ਅਸੀਂ ਰੱਦ ਕਰਦੇ ਆਂ ਤੇ ਵੀ ਰੱਦ ਕਰ ਦਿਆਂਗੇ, ਤੇ ਅੱਗੇ ਜਿਹੜੀ ਹੈ ਚੰਨੀ ਸਰਕਾਰ ਆ ਗਈ, ਉਹ ਵੀ ਕਹਿੰਦੀ ਸੀ ਵੀ ਅਸੀਂ ਇਹ ਰੱਦ ਕਰ ਦਿਆਂਗੇ। ਹੁਣ ਜਿਹੜੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ, ਆਮ ਆਦਮੀ ਦੀ ਸਰਕਾਰ ਹੈ, ਉਹਦੇ ਸੰਬੰਧ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ, ਰਾਬਤਾ ਕਾਇਮ ਕੀਤਾ ਵੀ ਅਸੀਂ ਸੰਯੁਕਤ ਮੋਰਚੇ ਵੱਲੋਂ ਜਿਹੜਾ ਅੱਜ ਮੰਗ ਪੱਤਰ ਦਿੱਤਾ ਹੈ, ਕਿਉਂਕਿ ਜਿੰਨੇ ਵੀ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਆ, ਉਹ ਚਾਹੇ ਕਿਸੇ ਵੀ ਸਟੇਟ ਤੇ ਕਿਤੇ ਵੀ ਹੈਗੇ ਆ, ਵੀ ਉਹ ਸਾਰੇ ਪੰਜਾਬ ਦੇ ਵਿੱਚ ਤੁਰੰਤ ਜਿਹੜਾ ਰੱਦ ਕਰ ਦੇਣੇ ਚਾਹੀਦੇ ਆ। ਬਾਕੀ ਜਿਹੜਾ ਨਹਿਰਾਂ ਕੱਸੀਆਂ ਹੈ, ਉਹਨਾਂ ਦੀ ਜਿਹੜੀ ਹੈ ਸਮਾਰਾ ਸਮਰਾਲੀ ਹੈ, ਪਾਣੀ ਟੇਲਾਂ ਤੇ ਜਿਹੜਾ ਪੂਰਾ ਦਿੱਤਾ ਜਾਵੇ, ਤੇ ਇੱਕ ਜਿਹੜਾ ਨਰਮੇ ਦਾ ਮੁਆਵਜ਼ਾ ਸੀਗਾ, ਉਹਦੇ ਸੰਬੰਧ ਦੇ ਵਿੱਚ ਨਰਮੇ ਦਾ ਮੁਆਵਜ਼ਾ, ਇੱਕ ਪਿੱਛੇ ਜੇ ਗੜੇਮਾਰੀ ਹੋਈ ਸੀ, ਕਣਕ ਦਾ ਨੁਕਸਾਨ ਹੋਇਆ ਸੀ, ਉਹ ਵੀ ਮੁਆਵਜ਼ਾ ਸਰਕਾਰ ਵੱਲ ਰਹਿੰਦਾ ਸੀ, ਸਰਕਾਰ ਵੱਲ, ਤੇ ਉਹ ਵੀ ਅਸੀਂ ਕਿਹਾ ਸੀਗਾ ਵੀ ਜਿਹੜਾ ਦਿੱਤਾ ਜਾਵੇ। ਗੰਨੇ ਦਾ ਬਕਾਇਆ ਸੀ 900 ਕਰੋੜ ਰੁਪਇਆ ਗੰਨੇ ਦਾ ਬਕਾਇਆ ਰਹਿੰਦਾ ਸੀਗਾ, ਤੇ ਉਹ ਵੀ ਤੁਰੰਤ ਲਿਖਿਆ ਵੀ ਉਹ ਸਾਨੂੰ ਜਿਹੜਾ ਕਿਸਾਨਾਂ ਨੂੰ ਦਿੱਤਾ ਜਾਵੇ। ਅਸੀਂ 10 ਜੂਨ ਤੋਂ ਝੋਨਾ ਚਾਲੂ ਕਰ ਦੇਣਾ। ਅਸੀਂ ਤਾਂ ਸਰਕਾਰ ਨੂੰ ਕਹਿੰਦੇ ਆ ਵੀ ਬਿਜਲੀ ਲਾਈਟ ਸਾਨੂੰ ਜਿਹੜੀ 10 ਘੰਟੇ ਦੇਣੀ ਹੈ, 8 ਘੰਟੇ ਦੇਣੀ, ਉਹ ਸਾਨੂੰ 10 ਨੂੰ ਦੇਣ, ਤੇ ਨਹਿਰੀ ਪਾਣੀ ਸਾਨੂੰ ਪੂਰਾ ਦੇਣ, ਤੇ ਨਹੀਂ ਤਾਂ ਅਸੀਂ ਤਾਂ ਬੀਜਾਂਗੇ, ਜਿਹੜਾ ਵਾਹੁਣ ਆਊਗਾ ਫਿਰ ਉਹਦੇ ਨਾਲ ਅਸੀਂ ਨਿਬੜਾਂਗੇ। ਦੂਜੇ ਪਾਸੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਹਲਕਾ ਲੰਬੀ ਤੋਂ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਦਿੱਤਾ ਮੰਗ ਪੱਤਰ ਸਰਕਾਰ ਤੱਕ ਪਹੁੰਚਦਾ ਕਰ ਦਿੱਤਾ ਜਾਵੇਗਾ। ਦੇਖੋ ਜੀ, ਅਸੀਂ ਉਹਨਾਂ ਦਾ ਮੰਗ ਪੱਤਰ ਲੈ ਲਿਆ, ਮੇਰੇ ਨਾਲ ਐਮਐਲਏ ਸਾਹਿਬ ਵੀ ਖੜੇ ਨੇ ਲੰਬੀ ਦੇ, ਤੇ ਅਸੀਂ ਇਹ ਮਿਲ ਕੇ ਉਹਨਾਂ ਦੀ ਜਿਹੜੀ ਆਵਾਜ਼ ਹੈ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਵਾਂਗੇ। ਜਿੰਨੇ ਉਹਨਾਂ ਦੇ ਮਸਲੇ ਛੇਤੀ ਹੱਲ ਹੋ ਸਕਦੇ, ਕੋਸ਼ਿਸ਼ ਸਾਡੀ ਇਹੀ ਰਹੇਗੀ ਕਿ ਅਸੀਂ ਛੇਤੀ ਹੱਲ ਕਰਾਂਗੇ। ਤੇ ਜਦੋਂ ਵਿਧਾਇਕ ਗੁਰਮੀਤ ਖੁੱਡੀਆਂ ਨੂੰ ਝੋਨੇ ਦੀ ਬਿਜਾਈ ਸੰਬੰਧੀ ਕਿਸਾਨਾਂ ਵੱਲੋਂ ਸਰਕਾਰ ਦੀ ਤਰੀਕ ਦੇ ਐਲਾਨ ਤੋਂ ਪਹਿਲਾਂ ਬਿਜਾਈ ਕੀਤੇ ਜਾਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕੀ ਕਿਹਾ, ਇਹ ਵੀ ਸੁਣ ਲਓ। ਅਸੀਂ ਟਕਰਾਓ 'ਚ ਨਹੀਂ ਪਵਾਂਗੇ ਯਾਰ, ਕੋਈ ਗੱਲ ਨਹੀਂ। ਠੀਕ ਹੈ, ਸਰਕਾਰ ਨੇ ਵੀ ਕਹਿਣਾ ਹੁੰਦਾ ਵੀ ਇੰਨੇ ਨੂੰ ਅਸੀਂ ਤੁਹਾਡਾ ਕਿਸਾਨਾਂ ਦਾ ਇੰਤਜ਼ਾਮ ਬਿਜਲੀ ਦਾ ਸਾਰਾ ਕਰਨ ਵਾਸਤੇ ਅਸੀਂ ਵੀ ਤਾਂ ਹੀ ਕਰ ਰਹੇ ਹਾਂ, ਤੇ ਚਲੋ ਜੇ ਬੜਾ ਮੋਟਾ ਉਹ ਕਰਨਗੇ ਤਾਂ ਫਿਰ ਉਹਨਾਂ ਦਾ ਵੀ ਮਾਨਤਾਨ ਰੱਖ ਲਾਂਗੇ। ਇਧਰ ਮਾਨਸਾ ਦੀ ਨਵੀਂ ਅਨਾਜ ਮੰਡੀ ਵਿੱਚ ਕਿਸਾਨ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਸ਼ਹਿਰ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਮੰਗ ਪੱਤਰ ਸੌਂਪਿਆ। ਇੱਥੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ 10 ਤਰੀਕ ਤੋਂ ਝੋਨੇ ਦੀ ਬਿਜਾਈ ਦਾ ਐਲਾਨ ਕੀਤਾ ਅਤੇ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ 20 ਤਰੀਕ ਦੀ ਮੀਟਿੰਗ ਵਿੱਚ ਤਿੱਖਾ ਸੰਘਰਸ਼ ਉਲੀਕਿਆ ਜਾਏਗਾ। ਮਾਮਲਾ ਪੰਜਾਬ ਦੀਆਂ ਜਿੰਨੀਆਂ ਵੀ ਮੰਗਾਂ ਨੇਗੀਆਂ, ਜਿਵੇਂ ਕਣਕ ਦੇ ਮੁਆਵਜ਼ੇ ਨਾਲ ਸੰਬੰਧਿਤ ਹੈ, ਕਣਕ ਸੜ ਗਈ, ਭਾਵੇਂ ਸਾਡਾ ਨਾੜ ਸੜ ਗਿਆ, ਚਾਹੇ 15 ਮਣ ਕੇ ਘੱਟ ਨਿਕਲੀ ਹੈ, ਉਹਦਾ ਅਸੀਂ ਮੁਆਵਜ਼ਾ ਮੰਗਿਆ ਪੰਜਾਬ ਸਰਕਾਰ ਤੋਂ, ਤੇ ਘੱਟੋ ਘੱਟ 12 ਘੰਟੇ ਅਸੀਂ ਬਿਜਲੀ ਮੰਗ ਕਰੀ ਆ, 12 ਘੰਟੇ ਬਿਜਲੀ ਦਿਓ, ਤੇ ਆਪਣਾ ਹੋਰ ਸਾਰੀਆਂ ਮੰਗਾਂ ਦੇ ਸੰਬੰਧ ਵਿੱਚ ਅਸੀਂ ਮੰਗ ਪੱਤਰ ਹੈ 117 ਐਮਐਲਏ ਜਾਂ ਮੰਤਰੀ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਨੇ ਸਾਰੇ ਪੰਜਾਬ 'ਚ, ਤੇ ਆਉਣ ਵਾਲੀ 20 ਤਰੀਕ ਨੂੰ ਸਾਡੀ ਮੀਟਿੰਗ ਹੈ। ਜੇ ਇਹਨਾਂ ਮੰਗਾਂ ਤੇ ਨਾ ਗੌਰ ਕੀਤੀ ਤਾਂ ਲਾਜ਼ਮੀ 20 ਤਰੀਕ ਨੂੰ ਕੋਈ ਹਾਲੇ ਸੰਘਰਸ਼ ਦਾ ਐਲਾਨ ਕੀਤਾ ਜਾਊਗਾ। ਇੱਕ ਸਰਕਾਰ ਨੇ ਫਰਮਾਨ ਜਾਰੀ ਕੀਤਾ ਵੀ ਸਾਡੇ ਤਰੀਕੇ ਨਾਲ ਝੋਨਾ ਲਾਓ, ਫਰਮਾਨ ਪੰਜਾਬ ਦੇ ਕਿਸਾਨ ਕਦੇ ਨਹੀਂ ਮੰਨਣਗੇ ਸਰਕਾਰ ਦਾ, ਆਪਦੀ ਮਰਜ਼ੀ ਨਾਲ ਝੋਨਾ ਲਾਓਗੇ। 10 ਤਰੀਕ ਤੋਂ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਕਿਹਾ ਵੀ ਝੋਨਾ ਲਾਓ, ਜਿਹੜਾ ਕੋਈ ਹਟਾਊਗਾ ਤਾਂ ਜਥੇਬੰਦੀਆਂ ਮੂਹਰੇ ਆਉਣਗੀਆਂ, ਝੋਨਾ ਖੜ ਕੇ ਲਵਾਉਣਗੀਆਂ। ਰਾਮਪੁਰਾ ਫੂਲ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਕਿਸਾਨਾਂ ਨੇ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ। ਮੁੱਖ ਤੌਰ ਤੇ ਮੰਗ ਜਿਹੜੀ ਹੈਗੀ ਸਾਡੀ ਕਿ ਜਿਹੜਾ ਕਣਕ ਦਾ ਝਾੜ 25% ਤੱਕ ਉੱਡ ਗਿਆ, ਤਾਂ ਕੋਈ ਵੀ ਸਰਕਾਰ, ਨਾ ਸੈਂਟਰ ਸਰਕਾਰ ਨਾ ਪੰਜਾਬ ਸਰਕਾਰ, ਨਾ ਤਾਂ ਕੋਈ ਰੁਪਿਆ ਬੋਨਸ ਦਾ ਦੇਣ ਨੂੰ ਤਿਆਰ ਆ। ਅਸੀਂ ਮੰਗ ਕਰਦੇ ਹਾਂ ਕਿ ਬੋਨਸ ਨਹੀਂ, 5 ਕੁਇੰਟਲ ਮਤਲਬ ਝਾੜ ਘਟ ਗਿਆ, 10,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਹਦੀ ਭਰਪਾਈ ਕੀਤੀ ਜਾਵੇ। ਉਹਦੇ ਵਿੱਚ ਸੈਂਟਰ ਵੀ ਹਿੱਸਾ ਪਾਵੇ, ਉਹਦੇ ਵਿੱਚ ਪੰਜਾਬ ਸਰਕਾਰ ਵੀ ਹਿੱਸਾ ਪਾਵੇ। ਕਰਜ਼ੇ ਦੀਆਂ ਕਿਸ਼ਤਾਂ 6 ਮਹੀਨੇ ਪਿੱਛੇ ਪਈਆਂ ਜਾਣ।
ਮਲੋਟ ਤੋਂ ਚੇਤਨਪੁਰਾ, ਮਾਨਸਾ ਤੋਂ ਜਗਦੀਸ਼ ਬਾਂਸਲ ਅਤੇ ਰਾਮਪੁਰਾ ਫੂਲ ਤੋਂ ਉਮੇਸ਼ ਸਿੰਗਲਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਬਠਿੰਡਾ 'ਚ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਅੱਜ ਇੱਕ ਵਾਰ ਫਿਰ ਟਾਈਮ ਟੇਬਲ ਦੇ ਮਸਲੇ ਨੂੰ ਲੈ ਕੇ ਬੱਸ ਸਟੈਂਡ ਜਾਮ ਕਰ ਦਿੱਤਾ, ਜਿਸ ਦੌਰਾਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵੇਖਦੇ ਹਾਂ ਪੂਰੀ ਖਬਰ। ਇਹ ਤਸਵੀਰਾਂ ਬਠਿੰਡਾ 'ਚ ਨਵੀਆਂ ਨਹੀਂ, ਜਿੱਥੇ ਬੱਸ ਸਟੈਂਡ ਜਾਮ ਹੋਣ ਕਾਰਨ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਆਏ ਦਿਨ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੱਸ ਸਟੈਂਡ ਜਾਮ ਕਰ ਦਿੱਤਾ ਜਾਂਦਾ ਹੈ ਤੇ ਬੱਸ ਚਾਲਕ ਸਵਾਰੀਆਂ ਨੂੰ ਬੱਸ ਸਟੈਂਡ ਤੋਂ ਪਹਿਲਾਂ ਹੀ ਉਤਾਰ ਦਿੰਦੇ ਹਨ, ਜਿੱਥੋਂ ਉਹਨਾਂ ਨੂੰ ਆਪਣਾ ਸਮਾਨ ਚੱਕ ਕੇ ਪੈਦਲ ਤੁਰਨਾ ਪੈਂਦਾ ਹੈ। ਸੋਮਵਾਰ ਸ਼ਾਮ ਸਮੇਂ ਫਿਰ ਤੋਂ ਟਾਈਮ ਟੇਬਲ ਦੇ ਮਸਲੇ ਨੂੰ ਲੈ ਕੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਬੱਸ ਸਟੈਂਡ ਦੇ ਗੇਟ ਤੇ ਬੱਸਾਂ ਲਗਾ ਕੇ ਬੱਸ ਸਟੈਂਡ ਨੂੰ ਜਾਮ ਕਰ ਦਿੱਤਾ ਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਲੋਕ ਪਰੇਸ਼ਾਨ ਨਜ਼ਰ ਆਏ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਪਰਤਣਾ ਸੀ ਤੇ ਬੱਸ ਸਟੈਂਡ ਤੋਂ ਕਈ ਕਿਲੋਮੀਟਰ ਦੂਰ ਉਤਾਰ ਦਿੱਤੀਆਂ ਗਈਆਂ ਸਵਾਰੀਆਂ ਹੋਰ ਵੀ ਪਰੇਸ਼ਾਨ ਨਜ਼ਰ ਆਈਆਂ, ਜਿਨ੍ਹਾਂ ਨੂੰ ਇੰਨੀ ਗਰਮੀ 'ਚ ਆਪਣਾ ਸਮਾਨ ਚੱਕ ਕੇ ਪੈਦਲ ਤੁਰਨਾ ਪਿਆ। ਬਾਈ ਜੀ ਬਹੁਤ ਪਰੇਸ਼ਾਨੀਆਂ ਦੇਸ਼ ਹਸਪਤਾਲ ਤੋਂ ਦਵਾਈ ਲੈ ਕੇ ਆਏ, ਜਲਾਲ ਬੱਸ ਵਾਲਿਆਂ ਨੇ ਪੁਰਾਣੇ ਬੱਸ ਸਾਡੇ ਕੋਲੇ ਉਤਾਰਤਾ। ਬਸ ਇੰਨਾ ਦੁਖੀਆਂ ਮਨ ਵੀ ਬਹੁਤ ਜ਼ਿਆਦਾ ਤੁਰਿਆ ਨਹੀਂ ਜਾਂਦਾ, ਨਾ ਕੋਈ ਆਟੋ ਆਉਂਦਾ, ਨਾ ਕੋਈ ਰਿਕਸ਼ਾ ਆਉਂਦਾ, ਨਾ ਕੋਈ ਬੱਸ ਆਉਂਦੀ ਆ, ਉੱਥੇ ਉਤਾਰਤਾ ਉਹਨਾਂ ਨੇ, ਉਧਰੋਂ ਵਾਪਸ ਭਰ ਲਈ ਬੱਸ। ਪਰ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ, ਪੱਕਾ ਹੱਲ ਕੱਢਣ, ਸਵਾਰੀਆਂ ਨੂੰ ਨਾ, ਆਮ ਜਨਤਾ ਨੂੰ ਨਾ ਪਰੇਸ਼ਾਨ ਕਰਨ ਜੀ। ਬਹੁਤ ਜ਼ਿਆਦਾ ਵੀਰ ਜੀ, ਵੀ ਕਿਸੇ ਨਾ ਕਿਸੇ ਦਾ ਹੱਲ ਤਾਂ ਹੋਣਾ ਚਾਹੀਦਾ ਇਹਨਾਂ ਦਾ ਆਪਸ 'ਚ। ਮੈਂ ਤਾਂ ਨੋਲੇ ਤੋਂ ਬਿਲੋਂਗ ਕਰਦਾ ਹਾਂ, ਗਾਹਾਂ ਪਿੰਡ ਜਾਣਾ ਜੀ। ਦੂਜੇ ਪਾਸੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਆਰਟੀਓ ਬਠਿੰਡਾ ਵੱਲੋਂ ਨਿੱਜੀ ਟਰਾਂਸਪੋਰਟਰਾਂ ਨੂੰ ਨਜਾਇਜ਼ ਤੌਰ ਤੇ ਪਰਮਿਟ ਦਿੱਤੇ ਜਾ ਰਹੇ ਹਨ, ਜਿਸ ਦੇ ਵਿਰੋਧ ਵਿੱਚ ਉਹਨਾਂ ਨੇ ਇੱਕ ਧਰਨਾ ਲਗਾਇਆ। ਅਸੀਂ ਜ਼ਿੰਮੇਵਾਰ ਅਸੀਂ ਨਹੀਂ ਆ, ਉਹਦਾ ਜੋ ਸਰਕਾਰ ਦੇ ਰੱਖਿਆ ਹੋਇਆ ਇਹ ਆਰਟੀਓ ਬਠਿੰਡਾ ਉਹ ਜ਼ਿੰਮੇਵਾਰ ਹੈ, ਕਿਉਂਕਿ ਉਹ ਨਜਾਇਜ਼ ਪਰਮਿਟ ਦੇ ਕੇ ਗਲਤ ਕੰਮ ਕਰ ਰਿਹਾ ਹੈ, ਜਿਹਦੇ ਵਿਰੋਧ ਤਾਂ ਅਸੀਂ ਇੱਥੇ ਇਕੱਠੇ ਹੋ ਕੇ ਧਰਨਾ ਲਾਏਗਾ। ਅਸੀਂ ਇਹ ਧਰਨਾ ਇਸ ਸੈਕਟਰ ਨੂੰ, ਇਸ ਰੋਡਵੇਜ਼ ਨੂੰ ਬਚਾਉਣ ਦੇ ਵਾਸਤੇ ਲਾਇਆ ਹੈ। ਇਹ ਜੋ ਪਬਲਿਕ ਨੂੰ ਸਹੂਲਤ ਦਿੱਤੀ ਗਈ ਹੈ ਸਰਕਾਰ ਦੁਆਰਾ, ਅਸੀਂ ਚਾਹੁੰਦੇ ਹਾਂ ਵੀ ਉਹ ਸਹੂਲਤ ਬਰਕਰਾਰ ਰਹੇ, ਨਾ ਖੋਈ ਜਾਵੇ। ਪਰ ਆਰਟੀਓ ਬਠਿੰਡਾ ਤੇ ਕੁਝ ਪ੍ਰਾਈਵੇਟ ਮਿਲ ਕੇ ਇਹ ਸਭ ਚਾਹੁੰਦੇ ਨੇ, ਜੋ ਅਸੀਂ ਇਹ ਸਭ ਨਹੀਂ ਹੋਣ ਦੇਵਾਂਗੇ। ਅੱਜ ਜੋ ਸਵਾਰੀਆਂ ਦੀ ਖੱਜਲ ਖਵਾਰ ਹੋ ਰਹੀ ਹੈ, ਤਾਂ ਇਹਦਾ ਜ਼ਿੰਮੇਵਾਰ ਆਰਟੀਓ ਬਠਿੰਡਾ, ਪ੍ਰਾਈਵੇਟ ਟਰਾਂਸਪੋਰਟ ਤੇ ਮੌਕੇ ਦਾ ਜੋ ਆਪਣਾ ਲਾਲਜੀਤ ਭੁੱਲਰ ਮੁੱਖ ਲਾਏਗਾ ਟਰਾਂਸਪੋਰਟ ਮੰਤਰੀ। ਕਾਬਲੇ ਗੌਰ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਹਰ ਵਿਅਕਤੀ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ, ਪਰ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਪ੍ਰਸ਼ਾਸਨ ਇਸ ਮਸਲੇ ਤੇ ਮੂਕ ਦਰਸ਼ਕ ਕਿਉਂ ਬਣਿਆ ਹੋਇਆ ਹੈ, ਜੋ ਪੀਆਰਟੀਸੀ ਦੇ ਮੁਲਾਜ਼ਮ ਆਏ ਦਿਨ ਕਿਸੇ ਨਾ ਕਿਸੇ ਮੰਗ ਨੂੰ ਲੈ ਕੇ ਬੱਸ ਸਟੈਂਡ ਜਾਮ ਕਰ ਦਿੰਦੇ ਹਨ। ਕਿਉਂਕਿ ਜੇਕਰ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਹਨ ਤਾਂ ਫਿਰ ਪ੍ਰਸ਼ਾਸਨ ਸੁਣਵਾਈ ਕਿਉਂ ਨਹੀਂ ਕਰਦਾ, ਤੇ ਜੇਕਰ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਨਹੀਂ ਹਨ ਤਾਂ ਫਿਰ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਕੈਮਰਾਮੈਨ ਪ੍ਰਿਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਉਧਰ ਜਲਾਲਾਬਾਦ ਵਿੱਚ ਇੱਕ ਨੌਜਵਾਨ ਦੀ ਲਾਸ਼ ਭੇਦ ਭਰੇ ਹਾਲਾਤਾਂ ਵਿੱਚ ਇੱਕ ਘਰ ਵਿੱਚੋਂ ਮਿਲੀ ਹੈ, ਜਿਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਤੇ ਇਲਜ਼ਾਮ ਉਸ ਘਰ ਵਿੱਚ ਰਹਿਣ ਵਾਲੀ ਔਰਤ ਤੇ ਲਗਾਏ ਹਨ। ਵੇਖਦੇ ਹਾਂ ਕੀ ਇਹ ਪੂਰਾ ਮਾਮਲਾ। ਜਲਾਲਾਬਾਦ ਦੇ ਛੋਟਾ ਟਿਵਾਣਾ ਰੋਡ ਤੇ ਮਹਿਣੀ ਕਲੋਨੀ 'ਚ ਬਣੇ ਇੱਕ ਘਰ ਵਿੱਚੋਂ ਨੌਜਵਾਨ ਦੀ ਲਾਸ਼ ਭੇਦ ਭਰੇ ਹਾਲਾਤਾਂ 'ਚ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਇਸ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੇ ਇਲਜ਼ਾਮ ਮਹਿਣੀ ਕਲੋਨੀ 'ਚ ਰਹਿਣ ਵਾਲੀ ਇੱਕ ਔਰਤ ਉੱਪਰ ਲਗਾਏ ਹਨ, ਜਿਸ ਦੇ ਘਰ ਤੋਂ ਨੌਜਵਾਨ ਦੀ ਇਹ ਲਾਸ਼ ਮਿਲੀ। ਸਵੇਰੇ ਫੋਨ ਹੀ ਆਇਆ ਹੁੰਦਾ ਰਾਣੀ ਦੀ ਦਾ, ਕਹਿੰਦੀ ਤੁਹਾਡਾ ਨਾ ਸਿਵਲੀ ਭਰਾ ਮਰਿਆ ਪਿਆ ਸਾਡੇ ਘਰੇ ਤੇ ਲੈ ਆਓ। ਮੈਂ ਤਾਂ ਬਾਹਰ ਹੈਗੀ ਦੱਸ ਦੀ ਇੰਨੀ ਗੱਲ ਕੀਤਾ ਜੀ, ਕਰੀਦਾ ਰੋਜ਼ ਹੀ ਇਹਦੇ ਕੋਲ ਹੀ ਹੁੰਦਾ। ਰਾਤੀ ਵੀ ਇਹਦੇ ਕੋਲ ਹੀ ਸੀ, ਇਹਨੂੰ ਪਤਾ ਵੀ ਸੀ। ਰਾਤੀ ਇਹਦਾ ਫੋਨ ਨਹੀਂ ਆਇਆ ਸੀ ਤੇ ਕਹਿੰਦੀ ਇੱਧਰ ਹੀ ਗਿਆ। ਤੇ ਬਸ ਸਵੇਰੇ ਫੋਨ ਆਇਆ ਤੇ ਕਹਿੰਦੀ ਮਰਿਆ ਪਿਆ, ਲੈ ਆਓ ਮੈਂ ਬਾਹਰ ਆਈ। ਐਵੇਂ ਹੀ ਪਿਆ ਸੀ ਜੀ, ਜਿਵੇਂ ਹੁਣ ਜਿਵੇਂ ਹੁਣ ਪਿਆ ਐਵੇਂ ਹੀ ਪਿਆ ਸੀ। ਇਹਦਾ ਮੁੰਡਾ ਹੈਗਾ ਸੀ ਤੇ ਬਸ ਵੇਖ ਕੇ ਮੈਨੂੰ ਭੱਜ ਗਿਆ। ਫਿਰ ਮੈਂ ਚਾਚਿਆਂ ਨੂੰ ਲੈਣ ਗਿਆ ਤੇ ਉਹਨਾਂ ਨੂੰ ਗੱਡੀ ਲੈ ਕੇ ਆਦੀ ਫਰਾਰ ਹੋ ਗਏ। ਬਸ ਪਰਚਾ ਕਾਰਵਾਈ ਹੋਵੇ ਇਹਨਾਂ ਦੇ। ਸਾਰੇ ਜੀ ਜਾਣ ਦੇ ਦੋ ਮੁੰਡੇ ਨੇ, ਇਹਨੂੰ ਕੁੱਟਦੇ ਮਾਰਦੇ ਸੀ। ਇਹਨਾਂ ਨਹੀਂ ਮਾਰਿਆ ਜੀ, ਇਹਨਾਂ ਨਹੀਂ ਮਾਰਿਆ ਰਾਣੀ ਦੇ ਮੁੰਡਿਆਂ ਨੇ। ਇਹਦਾ ਕੰਮ ਹੀ ਇਹ ਜੀ, ਬੰਦੇ ਫਸਾ ਕੇ ਤੇ ਵੀ ਉਹ ਕੰਮ ਹੀ ਕਰਨਾ। ਦੂਜੇ ਪਾਸੇ ਡੀਐਸਪੀ ਜਲਾਲਾਬਾਦ ਨੇ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਇਹ ਪਤਾ ਲੱਗਿਆ ਕਿ ਨੌਜਵਾਨ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਜਾਪਦੀ ਹੈ, ਜਿਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ। ਸਾਡੇ ਕੋਲ ਫੋਨ ਤੇ ਇਤਲਾਹ ਆਈ ਸੀ ਸਵੇਰ ਟਵਾਣਾ ਬਸਤੀ 'ਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਉਹਦੀ ਡੈੱਡ ਬਾਡੀ ਘਰੇ ਪਈ ਹੈ। ਅਸੀਂ ਮੌਕੇ ਤੇ ਆ ਕੇ ਸਰਸਰੀ ਮੁਲਾਜ਼ਾ ਕੀਤਾ, ਉਹਦਾ ਗਲ ਘੁੱਟਿਆ
ਗਲ ਘੁੱਟਣ ਕਰਕੇ ਉਹਦੀ ਮੌਤ ਹੋਈ ਹੈ। ਜੋ ਵੀ ਉਹਦੇ ਅਸੀਂ ਵਾਰਸ ਬੁਲਾਇਆ, ਵਾਰਸਾਂ ਦਾ ਬਿਆਨ ਲਿਖ ਕੇ ਜੋ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਏਗੀ, ਪੋਸਟਮਾਰਟਮ ਕਰਾਇਆ ਜਾਏਗਾ। ਜੋ ਮੁੱਢਲੀ ਤੌਰ ਤੇ ਪਤਾ ਲੱਗਦਾ ਵੀ ਗਲ ਘੁੱਟ ਕੇ ਮਾਰਿਆ ਗਿਆ। ਪਰਿਵਾਰ ਇਸ ਟਾਈਮ ਘਰੋਂ ਫਰਾਰ ਹੈ, ਸਾਡੇ ਵੱਲੋਂ ਜਲਦੀ ਭਾਲ ਕਰਕੇ ਗ੍ਰਿਫਤਾਰ ਕਰ ਲਿਆ ਜਾਏਗਾ। ਜਲਾਲਾਬਾਦ ਤੋਂ ਅਰਵਿੰਦਰ ਤਨੇਜਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਬਠਿੰਡਾ 'ਚ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਦੇ ਤਹਿਤ ਹੁਣ ਸਮਾਜ ਸੇਵੀ ਸੰਸਥਾ ਨੇ ਇੱਕ ਹੋਰ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ। ਇਸੇ ਨਾਲ ਜੁੜੀ ਵੇਖਦੇ ਹਾਂ ਇੱਕ ਰਿਪੋਰਟ। ਬੀਤੇ ਲੰਬੇ ਸਮੇਂ ਤੋਂ ਬੇਸਹਾਰਾ ਲੋਕਾਂ ਲਈ ਸਮਾਜ ਸੇਵਾ ਦੇ ਉਪਰਾਲੇ ਕਰਨ ਵਾਲੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵੱਲੋਂ ਬਠਿੰਡਾ 'ਚ ਇੱਕ ਹੋਰ ਨਵੀਂ ਪਹਿਲ ਕਰਦਿਆਂ ਸ਼ਲਾਘਾਯੋਗ ਉਪਰਾਲਾ ਸ਼ੁਰੂ ਕੀਤਾ ਗਿਆ, ਜਿਸ ਦੇ ਤਹਿਤ ਬੇਸਹਾਰਾ ਲੋਕਾਂ ਲਈ ਆਸ਼ਰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਬੇਸਹਾਰਾ ਮਰੀਜ਼ਾਂ ਨੂੰ ਰੱਖਿਆ ਜਾਏਗਾ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ। 10 ਕਮਰਿਆਂ ਦੇ ਇਸ ਆਸ਼ਰਮ ਵਿੱਚ ਫਿਲਹਾਲ 2 ਦਰਜਨ ਲੋਕਾਂ ਦੇ ਰਹਿਣ ਦਾ ਬੰਦੋਬਸਤ ਹੈ, ਜਿੱਥੇ ਇਹਨਾਂ ਬੇਸਹਾਰਾ ਲੋਕਾਂ ਦੇ ਰਹਿਣ, ਖਾਣ ਪੀਣ ਤੇ ਦਵਾਈਆਂ ਦਾ ਪ੍ਰਬੰਧ ਦਾਨੀ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾਏਗਾ। ਅੱਜ ਅਸੀਂ ਜਿਹੜਾ ਕਿ ਇੱਕ ਬੇਸਹਾਰਾ ਅਪਾਹਿਜ ਲੋਕਾਂ ਵਾਸਤੇ ਆਸ਼ਰਮ ਜਿਹੜਾ ਕਿ ਵਿਸ਼ਵਾਸ ਨਗਰ 'ਚ ਬਣਾਇਆ ਸੀ, ਉਹਦੀ ਅੱਜ ਓਪਨਿੰਗ ਸਮਾਰੋਹ ਜਿਹੜਾ ਕਿ ਹੋ ਰਿਹਾ ਹੈ। ਜਿਹੜੇ ਉਰੇ ਮਰੀਜ਼ ਰੱਖੇ ਜਾਣਗੇ ਉਹ ਸ਼ਹਿਰ ਦੇ ਜਿਹੜੇ ਜਿਨ੍ਹਾਂ ਨੂੰ ਕੋਈ ਸਾਂਭਦਾ ਨਹੀਂ, ਜਿਨ੍ਹਾਂ ਦਾ ਕੋਈ ਅੱਗੇ ਪਿੱਛੇ ਨਹੀਂ ਹੈਗਾ, ਉਹ ਮਰੀਜ਼ ਉਰੇ ਰੱਖੇ ਜਾਣਗੇ। ਹੁਣ ਤੱਕ ਸਾਡੇ ਕੋਲੇ ਉਰੇ 20 ਬੰਦਿਆਂ ਦੀ ਜਗ੍ਹਾ ਹੈਗੀ ਹੈ ਤੇ ਜਿਹੜੀ ਕਿ ਸਹਾਰਾ ਜਨ ਸੇਵਾ ਨੇ ਅੱਜ ਇਹਦੀ ਓਪਨਿੰਗ ਕੀਤੀ ਹੈ। ਇਹ ਦਾਨੀ ਪੁਰਸ਼ਾਂ ਵੱਲੋਂ ਜਿਹੜਾ ਕਿ ਆਸ਼ਰਮ ਬਣਾਇਆ ਗਿਆ ਹੈ, ਜਿਹਦੇ ਵਿੱਚ ਜਿਹੜੇ ਬੇਸਹਾਰਾ ਅਪਾਹਿਜ ਲੋਕ ਜਿਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈ ਉਹਨਾਂ ਨੂੰ ਹੀ ਸਾਂਭਿਆ ਜਾਏਗਾ। ਨਹੀਂ, ਜਿਹੜੇ ਅਪਾਹਿਜ ਨੇ ਜਾਂ ਜਿਨ੍ਹਾਂ ਦਾ ਕੋਈ ਇਲਾਜ ਚੱਲਣਾ, ਜਦੋਂ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚੋਂ ਇਲਾਜ ਕਰਵਾ ਕੇ ਜਿਨ੍ਹਾਂ ਨੂੰ ਰੱਖਣ ਦੀ ਲੋੜ ਪੈਂਦੀ ਹੈ, ਉਹ ਮਰੀਜ਼ ਉਰੇ ਰੱਖੇ ਜਾਣਗੇ। ਅਪਾਹਿਜ ਜਾਂ ਜਿਹਦੇ ਅੱਗੇ ਪਿੱਛੇ ਨਹੀਂ ਆ ਉਹਦਾ ਨਹੀਂ ਮਸਲਾ ਹੈ। ਆਪਣੇ ਕੋਲ ਸਿਰਫ ਜਿਹੜੇ ਮਰੀਜ਼ ਨੇ ਉਹ ਰੱਖੇ ਜਾਣਗੇ ਜਿਨ੍ਹਾਂ ਨੂੰ ਸੇਵਾ ਦੀ ਲੋੜ ਹੈ। ਜੀ ਸਰ, ਇਸ ਤਰ੍ਹਾਂ ਦਾ ਆਸ਼ਰਮ ਇਹ ਆਪਣੀ ਬੈਲਟ ਦੇ ਵਿੱਚ ਪਹਿਲਾਂ ਹੈ, ਕਿਉਂਕਿ ਬਿਰਧ ਆਸ਼ਰਮ ਵਗੈਰਾ ਤਾਂ ਹੈਗੇ ਆ ਬਠਿੰਡਾ ਦੇ ਵਿੱਚ, ਪਰ ਜਿਹੜੇ ਅਪਾਹਿਜ ਲੋਕਾਂ ਵਾਸਤੇ, ਬੇਸਹਾਰਾ ਲੋਕਾਂ ਵਾਸਤੇ ਇਹ ਆਸ਼ਰਮ ਪਹਿਲਾ ਆਸ਼ਰਮ ਬਣਿਆ ਹੈ ਤੇ ਇਹਦੀ ਸ਼ੁਰੂਆਤ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਊਗਾ। ਤਕਰੀਬਨ ਜਿਹੜੇ ਇੱਥੇ ਬੇਸਹਾਰਾ ਲੋਕ ਨੇ ਉਹਨਾਂ ਦਾ ਪੂਰਾ ਸੰਭਾਲ ਹੋਊਗਾ ਤੇ ਪੂਰਾ 3 ਟਾਈਮ ਦੀ ਰੋਟੀ, ਚਾਹ, ਸਾਰੀ ਵਿਵਸਥਾ ਕੀਤੀ ਗਈ ਹੈ ਜੀ। ਕੈਮਰਾਮੈਨ ਪ੍ਰਿਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਬਠਿੰਡਾ ਦੇ ਇੱਕ ਨਿੱਜੀ ਪਲੇਵੇ ਸਕੂਲ ਵੱਲੋਂ ਮਦਰਸ ਡੇ ਮੌਕੇ ਇੱਕ ਬੇहद ਰੋਮਾਂਚਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਆਪਣੀਆਂ ਮਾਵਾਂ ਨਾਲ ਭਾਗ ਲਿਆ। ਵੇਖਦੇ ਹਾਂ ਇੱਕ ਰਿਪੋਰਟ। ਮਦਰਸ ਡੇ ਵੱਖ-ਵੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਸਮਾਗਮਾਂ ਰਾਹੀਂ ਮਨਾਇਆ ਗਿਆ। ਇਸੇ ਦੇ ਚੱਲਦਿਆਂ ਬਠਿੰਡਾ ਦੇ ਪ੍ਰਸਿੱਧ ਬਚਪਨ ਪਲੇਵੇ ਸਕੂਲ ਵੱਲੋਂ ਵੀ ਮਦਰਸ ਡੇ ਬੇहद ਰੋਮਾਂਚਕ ਢੰਗ ਨਾਲ ਮਨਾਇਆ ਗਿਆ, ਜਿੱਥੇ ਬੱਚਿਆਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ। ਮਾਵਾਂ ਤੇ ਬੱਚਿਆਂ ਨੇ ਖੂਬਸੂਰਤ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਆਪਣੀਆਂ ਮਾਵਾਂ ਨਾਲ ਕਈ ਤਰ੍ਹਾਂ ਦੀਆਂ ਗੇਮਸ ਅਤੇ ਰੈਂਪ ਵਾਕ ਸ਼ੋਅ ਵਿੱਚ ਆਪਣਾ ਜਲਵਾ ਦਿਖਾ ਕੇ ਸਭ ਦੀਆਂ ਖੂਬ ਤਾੜੀਆਂ ਬਟੋਰੀਆਂ। ਇਸ ਪ੍ਰੋਗਰਾਮ 'ਚ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਵਿਸ਼ੇਸ਼ ਤੌਰ ਤੇ ਪਹੁੰਚੇ। ਸਕੂਲ ਦੀ ਪ੍ਰਿੰਸੀਪਲ ਪਲਕ ਜੋੜਾ ਨੇ ਕਿਹਾ ਕਿ ਮਦਰਸ ਡੇ ਮੌਕੇ ਮਾਵਾਂ ਨੂੰ ਖਾਸ ਮਹਿਸੂਸ ਕਰਵਾਉਣ ਲਈ ਇਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਆਪਣੀਆਂ ਖੂਬਸੂਰਤ ਪੇਸ਼ਕਾਰੀਆਂ ਆਪਣੀਆਂ ਮਾਵਾਂ ਨੂੰ ਸਮਰਪਿਤ ਕੀਤੀਆਂ ਹਨ। ਅੱਜ ਬਚਪਨ ਮਦਰਸ ਡੇ ਦੇ ਇਵੈਂਟ ਦੇ ਮੌਕੇ ਤੇ ਅਸੀਂ ਇੱਕ ਇਵੈਂਟ ਸ਼ੋ ਆਰਗੇਨਾਈਜ਼ ਕਰ ਰਹੇ ਹਾਂ ਮਦਰਸ ਲਈ, ਜੋ ਮਦਰਸ ਲਈ ਇੱਕ ਸਪੈਸ਼ਲ ਡੇ ਹੈ। ਉਹਨਾਂ ਨੂੰ ਇਹ ਸਪੈਸ਼ਲ ਫੀਲ ਕਰਾਉਣ ਲਈ ਕਿ ਉਹਨਾਂ ਵਾਸਤੇ ਕੁਝ ਖਾਸ ਹੋਣਾ ਬਹੁਤ ਜ਼ਰੂਰੀ ਹੈ। ਬੱਚੇ, ਛੋਟੇ ਬੱਚੇ ਜਿਹੜੇ ਸਾਡੇ ਸਕੂਲ ਦੇ, ਉਹ ਆਪਣੀ ਮਦਰਸ ਲਈ ਆਪਣਾ ਪਿਆਰ, ਆਪਣੀ ਫੀਲਿੰਗਸ ਜੋ ਹੈ ਉਹ ਬਿਆਨ ਕਰ ਰਹੇ ਹੈ। ਉਹਨਾਂ ਨੂੰ ਸੌਂਗਸ, ਆਪਣੀ ਡਾਂਸ, ਆਪਣੀ ਪਰਫਾਰਮੈਂਸ ਡੈਡੀਕੇਟ ਕਰਕੇ। ਅੱਜ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਛੋਟੇ ਬੱਚੇ, 2 ਸਾਲ ਦੇ ਬੱਚਿਆਂ ਨੂੰ ਇੱਕ ਮੌਕਾ ਮਿਲਿਆ ਹੈ, ਐਕਸਪੋਜ਼ਰ ਮਿਲਿਆ ਹੈ ਕਿ ਉਹ ਆਪਦੇ ਮਾਂ ਪ੍ਰਤੀ ਆਪਣਾ ਪਿਆਰ ਸ਼ੋ ਕਰ ਸਕਣ। ਅੱਜ ਦੇ ਦਿਨ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ, ਸਪੈਸ਼ਲੀ ਮਦਰਸ ਨੂੰ ਇਹ ਸ਼ੁਭਕਾਮਨਾ ਦੇਣਾ ਚਾਹੁੰਦੀ ਹਾਂ ਕਿ ਮਦਰਸ ਡੇ ਦੇ ਉਹਨਾਂ ਦੀ ਹਰ ਮੁਰਾਦ ਪੂਰੀ ਹੋਏ। ਬਾਬਾ ਜੀ ਉਹਨਾਂ ਨੂੰ ਬਹੁਤ ਖੁਸ਼ੀਆਂ ਦੇ। ਕੈਮਰਾਮੈਨ ਪ੍ਰਿਤਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ। ਖਬਰਨਾਮਾ। ਬੁਲੇਟਿਨ ਦੇ ਅੰਤ ਵਿੱਚ ਗੱਲ ਕਰਦੇ ਹਾਂ ਮੌਸਮ ਦੀ। ਬੀਤੇ ਦਿਨੀ ਹੋਈ ਹਲਕੀ ਬਾਰਿਸ਼ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ, ਪਰ ਇੱਕ ਵਾਰ ਫਿਰ ਤੋਂ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਬਠਿੰਡਾ ਖੇਤਰ ਵਿੱਚ ਘੱਟ ਤੋਂ ਘੱਟ ਤਾਪਮਾਨ 25.6 ਡਿਗਰੀ, ਜਦਕਿ ਵੱਧ ਤੋਂ ਵੱਧ ਤਾਪਮਾਨ 43.2 ਡਿਗਰੀ ਦਰਜ ਕੀਤਾ ਗਿਆ। ਜਾਂਦੇ ਫਿਰ ਇੱਕ ਨਜ਼ਰ ਅੱਜ ਦੀਆਂ ਸੁਰਖੀਆਂ ਤੇ। ਮੁਕਤਸਰ ਨੇੜਲੇ ਪਿੰਡ ਥਾਂਦੇਵਾਲਾ 'ਚ ਸਰਹੰਦ ਨਹਿਰ 'ਚ ਪਿਆ ਕਰੀਬ 100 ਫੁੱਟ ਚੌੜਾ ਪਾੜ,
ਨਾਲ ਲੱਗਦੀ ਰਾਜਸਥਾਨ ਫੀਡਰ 'ਚ ਪਾਣੀ ਪੈਣ ਨਾਲ ਹੋਇਆ ਬਚਾਅ। ਪਿੰਡ ਵਾਲਿਆਂ ਨੇ ਨਹਿਰ ਦੀ ਮੁਰੰਮਤ ਦੌਰਾਨ ਘਟੀਆ ਮਟੀਰੀਅਲ ਵਰਤਣ ਦੇ ਲਗਾਏ ਇਲਜ਼ਾਮ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪ ਸਰਕਾਰ ਖਿਲਾਫ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਮੰਗ ਪੱਤਰ। ਕਿਹਾ ਲੋਕਾਂ ਨੇ ਜਿਨ੍ਹਾਂ ਉਮੀਦਾਂ ਨਾਲ ਦਿੱਤਾ ਸੀ ਫਤਵਾ ਨਹੀਂ ਹੋ ਰਹੀਆਂ ਪੂਰੀਆਂ। ਪਟਵਾਰੀਆਂ ਦੀ ਹੜਤਾਲ ਦੇ ਹੱਕ 'ਚ ਤਹਿਸੀਲਦਾਰ ਵੀ ਗਏ ਸਮੂਹਿਕ ਛੁੱਟੀ ਤੇ। ਕੰਮਾਂਕਾਰਾਂ ਲਈ ਆਉਣ ਵਾਲੇ ਲੋਕ ਹੋ ਰਹੇ ਹਨ ਖੱਜਲ ਖੁਆਰ। ਬਠਿੰਡਾ ਦੀ ਧੋਬੀਆਣਾ ਬਸਤੀ ਦਾ ਸਰਕਾਰੀ ਸਕੂਲ ਸਿੱਖਿਆ ਵਿਭਾਗ ਦੇ ਦਾਅਵਿਆਂ ਦੀ ਖੋਲ ਰਿਹਾ ਪੋਲ। ਬੱਚੇ ਜ਼ਮੀਨ ਤੇ ਬੈਠ ਕੇ ਕਰ ਰਹੇ ਹਨ ਪੜ੍ਹਾਈ। ਸਕੂਲ ਵਿੱਚ ਸਿਰਫ 2 ਅਧਿਆਪਕ। ਸਿੱਖਿਆ ਵਿਭਾਗ ਦੇ ਅਧਿਕਾਰੀ ਕੁਝ ਵੀ ਬੋਲਣ ਤੋਂ ਵੱਟ ਰਹੇ ਹਨ ਟਾਲਾ। ਅਤੇ ਬਠਿੰਡਾ 'ਚ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਨੇ ਮਨੁੱਖਤਾ ਦੀ ਭਲਾਈ ਲਈ ਸ਼ੁਰੂ ਕੀਤਾ ਇੱਕ ਹੋਰ ਉਪਰਾਲਾ। ਬੇਸਹਾਰਾ ਮਰੀਜ਼ਾਂ ਲਈ ਖੋਲ੍ਹਿਆ ਆਸ਼ਰਮ। ਬਠਿੰਡਾ ਖਬਰਨਾਮਾ ਵਿੱਚ ਹੁਣ ਤੱਕ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।